ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ ਇਸ ਹੱਦ ਤੱਕ ਹੌਸਲਾ ਛੱਡ ਚੁੱਕਾ ਸੀ ਕਿ ਐਉਂ ਵਿਸ਼ਵਾਸ ਕਰਨ ਲੱਗ ਗਿਆ ਸੀ ਕਿ ਸਾਡਾ ਕਿਤੇ ਭਲਾ ਹੋ ਹੀ ਨਹੀਂ ਸਕਦਾ, ਸਾਡਾ ਕੋਈ ਸੰਵਰ ਹੀ ਨਹੀਂ ਸਕਦਾ। ਇੰਨਾ ਨਿਤਾਣਾ ਹੋ ਗਿਆ ਸੀ। ਗੁਰੂ ਨਾਨਕ ਦੇਵ ਜੀ ਨੇ ਥਾਂ ਥਾਂ ਤੇ ਮਿਲ ਕੇ ਪਿੰਡਾਂ ਸ਼ਹਿਰਾਂ 'ਚ ਲੋਕਾਂ ਨੂੰ ਇਹ ਕਿਹਾ ਕਿ ਤੁਹਾਡਾ ਕੁਝ ਵਿਗੜ ਹੀ ਨਹੀਂ ਸਕਦਾ, ਤੁਸੀਂ ਕਰਤਾਰ ਦੀ ਸੰਤਾਨ ਹੋ, ਕਰਤਾਰ ਦੀ ਸੰਤਾਨ ਨੂੰ ਸੰਸਾਰ 'ਚ ਕਸ਼ਟ ਨਹੀਂ ਆਏਗਾ, ਤੁਸੀਂ ਸਾਡਾ ਬਚਨ ਮੰਨੋ। ਇਹ ਤਾਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ 10 ਮੌਕੇ ਦਿੱਤੇ ਤਾਂ ਕਿ ਅਸੀਂ ਉਹਨਾਂ ਦੀ ਗੱਲ ਸਮਝੀਏ। ਪਹਿਲੀ ਵਾਰੀ ਨਹੀਂ ਸਮਝ ਪਾਏ ਸੀ, ਉਹਨਾਂ ਨੇ ਪਹਿਲੀ ਵਾਰੀ ਸਮਝਾਇਆ। ਫਿਰ 5ਵੇਂ ਪੀਰੀਅਡ ਦੇ ਵਿੱਚ ਉਹਨਾਂ ਨੇ ਤੱਤੀ ਤਵੀ ਤੇ ਬੈਠ ਕੇ ਇੱਕ ਸਬਕ ਦਿੱਤਾ। ਫਿਰ 9ਵੇਂ ਪੀਰੀਅਡ ਦੇ ਵਿੱਚ ਉਹਨਾਂ ਨੇ ਚਾਂਦਨੀ ਚੌਕ 'ਚ ਕੁਝ ਸਿਖਾਇਆ। ਫਿਰ 10ਵੇਂ ਪੀਰੀਅਡ ਦੇ ਵਿੱਚ ਉਹਨਾਂ ਨੇ ਖਾਲਸਾ ਪੰਥ ਦਾ ਪ੍ਰਕਾਸ਼ ਕੀਤਾ। 10ਮ ਪਾਤਸ਼ਾਹ ਨੇ ਜਦੋਂ ਪ੍ਰੇਰਨਾ ਦਿੱਤੀ, ਖਾਲਸਾ ਪੰਥ ਸਾਜਿਆ। ਫਿਰ ਕੀ ਸੰਗਤ ਦੇ ਵਿੱਚ ਬਦਲਾਅ ਆਇਆ। ਧਰ ਲੂੰਗਾ ਅਬ एक एक को शमशीर के आगे, रख दूंगा सीना और दिल चीर के आगे, दुनिया जो झुकी फिरती थी तकदीर के आगे, ये तकदीर भी झुक जाएगी मेरे तीर के आगे। ਉਹੀ ਲੋਕ ਸਨ ਜਿਹੜੇ ਕਹਿੰਦੇ ਸੀ ਸਾਡੇ 'ਚ ਤਾਂ काम हमारा तोलन तकड़ी, नंगी करद कभी नहीं पकड़ी, चिड़ी उड़े डर से मर जाएं, मुगलन से कैसे लड़ पाएं। ਉਹ ਤੋਪ ਦਾ ਗੋਲਾ ਜਿਹੜਾ ਕਾਬਲ ਤੋਂ ਚੱਲਦਾ ਸੀ ਦਿੱਲੀ ਤੱਕ ਨਹੀਂ ਰੁਕਦਾ ਸੀ, ਉਹ ਰੁਕ ਗਿਆ ਸਦਾ ਵਾਸਤੇ। ਤੇ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਖਾਲਸਾ ਨੇ ਕਾਬਲ ਦੀਆਂ ਸੜਕਾਂ ਤੇ ਮਾਰਚ ਕੀਤਾ ਸੀ। ਇਹ ਇਤਿਹਾਸ ਦੇ ਵਿੱਚ ਚਮਤਕਾਰ ਹੀ ਹੋਇਆ। ਜਿਨ੍ਹਾਂ ਵਿਦਵਾਨਾਂ ਨੇ ਜਨਮ ਸਾਖੀਆਂ ਦਾ ਐਨਾਲਿਸਿਸ ਸਾਰਥਕ ਢੰਗ ਨਾਲ ਕਰਨਾ ਸੀ, ਉਹਨਾਂ ਨੇ ਇਹਨਾਂ ਨੂੰ ਇੰਨਾ ਰੱਦ ਕੀਤਾ ਵੀ ਇਹ ਤਾਂ ਅਨਪੜ੍ਹਾਂ ਦੇ ਪੜ੍ਹਨ ਵਾਲੀਆਂ ਨੇ, ਇਹ ਤਾਂ ਕਥਾ ਸੁਣਨ ਵਾਲਿਆਂ ਦੇ ਸੁਣਨ ਵਾਲੀਆਂ ਨੇ, ਵਿਦਵਾਨਾਂ ਦਾ ਇਹਨਾਂ 'ਚ ਕੀ ਕੰਮ। ਇੱਥੋਂ ਤੱਕ ਵੀ ਅਟੈਕ ਕੀਤੇ ਗਏ ਕਿ ਭਾਈ ਬਾਲਾ ਜੀ ਤਾਂ ਕਦੇ ਹੋਏ ਹੀ ਨਹੀਂ, ਉਹਨਾਂ ਦੀ ਜਨਮ ਸਾਖੀ ਮਨ ਘੜਤਾ, ਕਿਸੇ ਨੇ ਕਿਸੇ ਦਾ ਨਾਂ ਲੈ ਕੇ ਸਾਖੀ ਘੜ ਦਿੱਤੀ। ਮੇਰਾ ਕੁਐਸਚਨ ਇਹ ਹੁੰਦਾ ਹੈ ਕਿ ਇਹ ਤਾਂ ਮੰਨਦੇ ਹੋ ਤੁਸੀਂ ਕਿ ਭਾਈ ਮਰਦਾਨਾ ਜੀ ਹੋਏ ਨੇ। ਉਹ ਇਤਿਹਾਸਕਾਰ ਕਹਿੰਦੇ ਨੇ ਭਾਈ ਮਰਦਾਨਾ ਜੀ ਬਾਰੇ ਤਾਂ ਕੋਈ ਵਿਵਾਦ ਨਹੀਂ, ਉਹ ਤਾਂ ਹੋਏ। ਮੈਂ ਕਿਹਾ ਭਾਈ ਮਰਦਾਨਾ ਜੀ ਦੀ ਜਨਮ ਸਾਖੀ ਤਾਂ ਹੈ ਨਹੀਂ ਕੋਈ, ਜਿਵੇਂ ਭਾਈ ਬਾਲੇ ਜੀ ਵਾਲੀ ਜਨਮ ਸਾਖੀ। ਭਾਈ ਬਾਲਾ ਜੀ ਹੋਏ ਹੀ ਨਹੀਂ, ਲੇਕਿਨ ਉਹਨਾਂ ਦੇ ਨਾਂ ਦੀ ਜਨਮ ਸਾਖੀ ਪ੍ਰਚਲਿਤ ਹੋਊਗੀ। ਭਾਈ ਮਰਦਾਨਾ ਜੀ ਹੋਏ ਸੀ, ਇਤਿਹਾਸਕ ਫੈਕਟ ਹੈ ਇਹ, ਲੇਕਿਨ ਉਹਨਾਂ ਦੀ ਕੋਈ ਜਨਮ ਸਾਖੀ ਨਹੀਂ ਹੈ। ਬਹੁਤ ਸਾਰੇ ਗ੍ਰੰਥਾਂ 'ਚ ਕਹਿੰਦਾ ਰਲੇਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਕੀ ਗ੍ਰੰਥਾਂ ਬਾਰੇ, ਬਹੁਤ ਸਾਰਿਆਂ ਬਾਰੇ ਜੀ ਸੂਰਜ ਪ੍ਰਕਾਸ਼ ਦਾ ਵੀ ਜ਼ਿਕਰ ਕੀਤਾ ਜਾਂਦਾ ਕਿ ਰਲੇਵਾਂ। ਤੁਹਾਨੂੰ ਕੀ ਲੱਗਦਾ? ਇਹ ਤਾਂ ਬਹੁਤ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਤੇ ਲਾਉਣੋਂ ਨਹੀਂ ਹਟਦੇ। ਉਹ ਕਹਿੰਦੇ ਨੇ ਭਗਤਾਂ ਦੀ ਬਾਣੀ ਸ਼ੁਰੂ 'ਚ ਹੁੰਦੀ ਨਹੀਂ ਸੀ, ਭਗਤਾਂ ਦੀ ਬਾਣੀ ਹਟਾ ਦੇਣੀ ਚਾਹੀਦੀ ਹੈ। ਕਹਿੰਦੇ ਜੀ ਸਿੱਖ ਭਗਤਾਂ ਦੀ, ਬਾਬਿਆਂ ਦੀ ਬਾਣੀ ਸ਼ਾਮਲ ਕਰਕੇ ਆਪਣੇ ਆਪ ਨੂੰ ਗੁਰਦੁਆਰਿਆਂ 'ਚ ਗਾਲਾਂ ਖਵਾਈ ਜਾਂਦੇ ਨੇ। ਉਦਾਹਰਨ ਦਿੰਦੇ ਨੇ ਉਹ ਕਿ ਬਾਬਾ ਫਰੀਦ ਦਾ ਸ਼ਲੋਕ ਹੈ, ਫਰੀਦਾ ਬੇਨਮਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਕਬਹੂ ਚੱਲ ਨਾ ਆਇਓ ਪੰਜੇ ਵਕਤ ਮਸੀਤ। ਤੋ ਸਿੱਖ ਜਾਨਵਰ ਨੇ। ਬਾਬਾ ਫਰੀਦ ਜੀ ਤਾਂ ਗਾਲਾਂ ਦਿੰਦੇ ਨੇ ਉਹਨਾਂ ਨੂੰ ਜਿਹੜੇ ਮਸੀਤ 'ਚ ਨਹੀਂ ਜਾਂਦੇ ਤੇ ਨਮਾਜ਼ ਨਹੀਂ ਪੜ੍ਹਦੇ। ਕੇਸ ਜਿਹਦੇ ਦੇਖਦੇ ਸੀ ਮੁਗਲ ਅਫਸਰ, ਮੁਗਲ ਸੈਨਿਕ, ਮੁਗਲ ਸਟੇਟ ਗਰਦਨ ਵੱਢ ਦਿੰਦੇ ਸੀ ਕੇਸਾਂ ਕਰਕੇ ਵੀ ਇਹ ਸਿੱਖ ਹੈ। ਤੋ ਅਸੀਂ ਇਹ ਫਾਇਦੇਮੰਦ ਨੇ, ਇਹਨਾਂ 'ਚੋਂ ਵਿਟਾਮਿਨ ਮਿਲਦੇ ਨੇ, ਗਰਮੀ ਸਰਦੀ ਤੋਂ ਬਚਾਅ ਕਰਦੇ ਨੇ। ਸਿੱਖਾਂ ਨੇ ਇਸ ਕਰਕੇ ਨਹੀਂ ਰੱਖੇ, ਸਿੱਖਾਂ ਨੇ ਇਸ ਕਰਕੇ ਰੱਖੇ ਨੇ ਕਿ ਉਹਨਾਂ ਦੇ ਪਿਤਾ ਦਾ ਹੁਕਮ ਹੈ ਕਿ ਤੁਸੀਂ ਕੇਸਾਧਾਰੀ ਹੋਵੋਗੇ। ਮੈਂ ਕਿਹਾ ਤੁਸੀਂ ਇਹ ਸਾਬਤ ਕਰ ਰਹੇ ਹੋ ਕਿ ਕੇਸ ਸਿੱਖਾਂ ਲਈ ਬਹੁਤ ਫਾਇਦੇਮੰਦ ਨੇ। ਕੇਸਾਂ ਕਰਕੇ ਤਾਂ ਸਿੱਖਾਂ ਨੇ ਬਹੁਤ ਕਸ਼ਟ ਉਠਾਏ ਸੀ। ਪ੍ਰਾਰਥਨਾ ਇੱਕ ਨਵਾਂ ਸਾਡੇ ਕੋਲ ਨਵੀਂ ਇਤਿਹਾਸਕਾਰੀ ਹੋ ਰਹੀ ਹੈ। ਰੈਫਰੈਂਸ ਅਸੀਂ ਇਹਨਾਂ ਗ੍ਰੰਥਾਂ ਦੇ ਲੈਂਦੇ ਰਹੇ ਹਾਂ ਜੀ, ਜਿਹਨੂੰ ਜੋ ਫਿੱਟ ਬਹਿੰਦਾ ਉਹ ਲੈ ਲੈਂਦਾ, ਜਿਹਨੂੰ ਜੋ ਲੋਚਨਾ ਲੱਗਦੀ ਉਹ ਵੀ ਕਰ ਦਿੰਦਾ। ਤਾਂ ਕੀ ਜਿਹੜਾ ਨਵੀਂ ਅਸੀਂ ਇਤਿਹਾਸਕਾਰੀ ਡਿਵੈਲਪ ਕਰਨੀ ਆ ਉਹਦੇ 'ਚ ਸਹੀ ਸਿੱਧ ਹੋ ਸਕਦੀ? ਭਾਈ ਚਰਨ ਸਿੰਘ ਜੀ ਇਸ ਗੱਲੋਂ ਨਾਰਾਜ਼ ਸਨ ਕਿ ਪੰਜਾਬੀ 'ਚ ਕਿਉਂ ਲਿਖਦਾ। ਪੰਜਾਬੀ ਤਾਂ ਅਨਪੜ੍ਹਾਂ ਦੀ, ਗਵਾਰਾਂ ਦੀ ਭਾਸ਼ਾ ਹੈ। ਜੇ ਵਿਦਵਤਾ ਦੀ ਧਾਕ ਬਿਠਾਣੀ ਹੈ ਸਰੋਤਿਆਂ ਦੇ, ਪਾਠਕਾਂ 'ਤੇ, ਤਾਂ ਬ੍ਰਜ ਭਾਸ਼ਾ 'ਚ ਲਿਖੋ। ਕਵੀ ਤੇ ਇਤਿਹਾਸਕਾਰ 'ਚ ਕੀ ਫਰਕ ਹੁੰਦਾ ਗਾ? ਕਿਉਂਕਿ ਵਿਸ਼ਾ ਮਹਾਕਾਵ ਦਾ ਇਤਿਹਾਸ ਹੈਗਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਫਿਰ ਕਵੀ ਤੇ ਇਤਿਹਾਸ ਦਾ ਰਿਸ਼ਤਾ ਹੁੰਦਾ ਕੀ? ਅੱਜ ਦੀ ਹਿਸਟੋਰੀਓਗ੍ਰਾਫੀ ਜਿਹੜੀ, ਹਰੀ ਰਾਮ ਗੁਪਤਾ ਪੜ੍ਹ ਲਓ ਤੁਸੀਂ, ਗੋਕਲ ਚੰਦ ਨਾਰੰਗ ਪੜ੍ਹ ਲਓ, ਡਾਕਟਰ ਗੰਡਾ ਸਿੰਘ ਪੜ੍ਹ ਲਓ, ਬੜਾ ਸ਼ਾਨਦਾਰ ਕੰਮ ਕੀਤਾ, ਤੱਥਾਂ 'ਤੇ ਆਧਾਰਿਤ ਕੰਮ ਕੀਤਾ। ਲੇਕਿਨ ਜਿਨ੍ਹਾਂ ਨੇ ਮਿੱਥ ਤੇ ਮਿਰਾਕਲ 'ਤੇ ਕੰਮ ਕੀਤਾ ਹੈ ਉਹ ਨਜ਼ਰਅੰਦਾਜ਼ ਕਰਨ ਯੋਗ ਜਾਂ ਰੱਦ ਕਰਨ ਯੋਗ ਨਹੀਂ ਹਨ। ਮੇਰਾ ਤਾਂ ਦਾਅਵਾ ਇਹ ਇੰਨਾ ਕਿ
ਫਾਲਟ ਲਾਈਨਾਂ ਤਿੱਖੀਆਂ ਹੋਈਆਂ। ਮੈਂ ਮਤਲਬ ਇੱਕ ਐਗਜ਼ਾਮਪਲ ਹਿੰਦੂਆਂ ਤੇ ਸਿੱਖਾਂ ਜਾਂ ਸਿੱਖਾਂ ਤੇ ਬ੍ਰਾਹਮਣਾਂ 'ਚ ਕੋਈ ਨਫ਼ਰਤ ਵਾਲਾ ਰਿਸ਼ਤਾ ਤਾਂ ਨਹੀਂ ਸੀਗਾ, ਨਫ਼ਰਤ ਵਾਲਾ ਰਿਸ਼ਤਾ ਹੋਣਾ ਚਾਹੀਦਾ ਵੀ ਨਹੀਂ। ਹਾਂ ਚਾਹੀਦਾ, ਲੇਕਿਨ ਹੋਇਆ ਬਾਣੀ ਉਹਦਾ ਜ਼ਿਕਰ ਵੀ ਨਹੀਂ ਕਿਤੇ। ਬਾਣੀ ਤੇ ਹਮੇਸ਼ਾ ਹੀ ਮੈਂ ਉਹ ਗੱਲ ਕਰਦਾ ਕਿ ਇਹ ਫਾਲਟ ਲਾਈਨਾਂ ਫਿਰ ਇੱਕ ਪੋਲਿਟਿਕਸ ਨਾਲ ਖੜੀਆਂ। ਤੁਸੀਂ ਇਰਾਨੀਆਂ ਨੂੰ ਪੁੱਛੋ ਜੀ ਗੁਰਦੁਆਰਾ ਕਿਸ ਪਾਸੇ, ਮੈਨੂੰ ਰਸਤਾ ਦੱਸੋਗੇ? ਉਹ ਕਹਿੰਦੇ ਨੇ ਸਾਨੂੰ ਤਾਂ ਪਤਾ ਨਹੀਂ। ਜੇ ਪੁੱਛੋ ਸਿੱਖਾਂ ਦੀ ਮਸਜਿਦ 'ਚ ਜਾਣਾ ਹੈ ਅਸੀਂ, ਫਿਰ ਆਪ ਛੱਡ ਆਉਂਦੇ ਨੇ। ਇਹ ਟਰਮੀਨੋਲੋਜੀ ਹੈ ਵੱਖਰੀ ਹੈ। ਜਿਹੜੀਆਂ 5 ਨਮਾਜ਼ਾਂ ਨੇ ਉਹ ਨਿਤਨੇਮ ਹੈ ਸਿੱਖਾਂ ਦਾ। ਜੇ ਆਪਾਂ ਟਰਾਂਸਲੇਸ਼ਨ ਕਰਨੀ ਹੋਵੇ ਨਾ ਸ਼ਰ੍ਹਾ ਦੀ, ਸ਼ਰ੍ਹਾ ਨੂੰ ਪੰਜਾਬੀ 'ਚ ਕੀ ਕਹਾਂਗੇ? ਨਿਤਨੇਮ। ਵੈਦਿਕ ਮਤ ਦੇ ਵਿੱਚ ਆਖਾਂਗੇ ਕਰਮਕਾਂਡ। ਸਿੱਖਾਂ ਨੂੰ ਬੜੀ ਅਲਰਜੀ ਹੈ ਕਰਮਕਾਂਡ ਸ਼ਬਦ ਤੋਂ। ਉਹਨਾਂ ਨੂੰ ਲੱਗਦਾ ਕਰਮਕਾਂਡ ਕਿਸੇ ਪਖੰਡ ਦਾ ਨਾਂ ਹੈ। ਉਹ ਕਰਮਕਾਂਡ ਰਹਿਤ ਮਰਿਆਦਾ ਹੈ ਵੈਦਿਕ ਮਤ ਦੀ। ਤੁਹਾਨੂੰ ਨਹੀਂ ਚੰਗੀ ਲੱਗਦੀ, ਤੁਹਾਡੇ ਮਤ ਨਾਲ ਮੇਲ ਨਹੀਂ ਖਾਧੀ, ਵੱਖਾਂ ਦੀ ਵੱਖਰੀ ਗੱਲ ਹੈ। ਸੂਰਜ ਪ੍ਰਕਾਸ਼ ਦਾ ਜਿਹੜਾ ਛੰਦ ਪ੍ਰਬੰਧ ਹੈਗਾ ਉਹਦੇ ਬਾਰੇ ਕੁਝ ਦੱਸੋਗੇ? ਨਹੀਂ, ਮੈਂ ਪੁੱਠਾ ਗੇੜਾ ਦੇ ਦਿੱਤਾ ਸਮੇਂ ਨੂੰ। ਇਹ ਗੁਰੂ ਨਾਨਕ ਦੇਵ ਦੀ ਤਾਕਤ ਹੈ, ਜਿਸ ਤਾਕਤ ਦਾ ਜ਼ਿਕਰ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਰਦੇ ਨੇ। ਤੁਸੀਂ ਹਿਸਟੋਰੀਓਗ੍ਰਾਫੀ ਦੇ ਆਈਡੀਏ ਨੂੰ ਡਿਵੈਲਪ ਕਰਨ ਦੇ ਰੂਪ 'ਚ ਇਹਨੂੰ ਕਿਵੇਂ ਦੇਖਦੇ ਕਿ ਸਹਾਈ ਸਿੱਧ ਹੋ ਸਕਦਾ ਹੈ? ਇਹ ਗ੍ਰੰਥ ਸਹਾਈ ਆ ਜਿਹੜਾ ਸਾਡਾ ਨਵੀਂ ਹਿਸਟੋਰੀਓਗ੍ਰਾਫੀ ਹੈ ਜਿਹਨੂੰ ਡਿਵੈਲਪ ਕਰਨ ਦਾ ਜੋ ਆਈਡੀਆ ਹੈਗਾ ਉਹਦੇ 'ਚ? ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਪੂਰੀ ਦੁਨੀਆ ਦੇ ਸਹਿਜ 'ਚ ਮਹਾਂਕਾਵ ਦੀ ਮਹੱਤਤਾ ਤੇ ਵੱਡੀ ਗੱਲ ਹੁੰਦੀ ਹੈ। ਸਿੱਖਾਂ ਦੇ ਅੰਦਰ ਵੀ ਇਹ 'ਤੇ ਕਾਫੀ ਚਰਚਾ ਹੁੰਦੀ ਰਹੀ ਹੈ। ਸੂਰਜ ਪ੍ਰਕਾਸ਼ ਗ੍ਰੰਥ ਸਭ ਤੋਂ ਚਰਚਿਤ ਗ੍ਰੰਥ ਰਿਹਾ, ਜਿਹਦੇ 'ਚ ਇਤਿਹਾਸ ਦੇ ਹਵਾਲਿਆਂ ਨਾਲ ਜਾਂ ਇਤਿਹਾਸ ਦੇ ਉੱਤੇ ਇੱਕ ਮਹਾਂਕਾਵ ਭਾਈ ਸੰਤੋਖ ਸਿੰਘ ਵੱਲੋਂ ਰਚਿਆ ਗਿਆ। ਇਹ ਚਰਚਾ ਕਾਫੀ ਸਮੇਂ ਤੋਂ ਰਹੀ ਔਰ ਲਗਾਤਾਰ ਵੱਖ-ਵੱਖ ਹਵਾਲੇ ਵੀ ਇਸ 'ਚੋਂ ਲਏ ਜਾਂਦੇ ਰਹੇ ਨੇ। ਹੁਣ ਇਸ ਗ੍ਰੰਥ ਦਾ ਸਰਲ ਅਰਥ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ। ਹਰਪਾਲ ਸਿੰਘ ਪੰਨੂ ਅੱਜ ਕੱਲ੍ਹ ਚੰਡੀਗੜ੍ਹ ਯੂਨੀਵਰਸਿਟੀ 'ਚ ਗੁਰੂ ਨਾਨਕ ਚੇਅਰ ਦੇ ਚੇਅਰਮੈਨ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਲੋੜ ਪਈ ਇਸ ਗ੍ਰੰਥ ਦਾ ਸਰਲ ਅਰਥ ਕਰਨ ਦੀ। ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ, ਬਹੁਤ ਬਹੁਤ ਤੁਹਾਡਾ। ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸ਼ੁਕਰਾਨਾ ਇਸ ਗ੍ਰੰਥ ਨੂੰ ਯਾਦ ਕਰਨ ਲਈ ਸਮਾਂ ਕੱਢਿਆ ਤੇ ਮੈਨੂੰ ਇੱਥੇ ਸੱਦਿਆ। ਪੰਨੂ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹੀ, ਕੀ ਲੋੜ ਪਈ ਇਸ ਗ੍ਰੰਥ ਨੂੰ ਦਾ ਸਰਲ ਅਰਥ ਕਰਨ ਦੀ ਤੁਹਾਨੂੰ? ਕੀ ਤੁਹਾਨੂੰ ਲੱਗਦਾ ਸੀਗਾ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਉਸ ਟੈਕਸਟ ਨਾਲ ਜੋੜਿਆ ਜਾਵੇ ਜਿਹੜਾ ਟੈਕਸਟ ਔਖਾ, ਜਿਵੇਂ ਮੰਨ ਲਓ ਸਾਨੂੰ ਉਹ ਸਮਝ 'ਚ ਨਹੀਂ ਆਉਂਦਾ ਗਾ ਜੇ ਸਾਡੀ ਪੀੜ੍ਹੀ ਦੀ ਵੀ ਗੱਲ ਕਰੀਏ? ਆਪਾਂ ਇਸ ਗ੍ਰੰਥ ਬਾਰੇ ਵਿਚਾਰ ਚਰਚਾ ਛੇੜਨ ਤੋਂ ਪਹਿਲਾਂ ਥੋੜ੍ਹਾ ਜਿਹਾ ਭਾਈ ਸੰਤੋਖ ਸਿੰਘ ਜੀ ਬਾਰੇ ਜਾਣ ਲਈਏ। ਭਾਈ ਸੰਤੋਖ ਸਿੰਘ ਜੀ ਗਰੀਬ ਪਰਿਵਾਰ 'ਚ ਨੀਵੀਂ ਜਾਤੀ 'ਚ ਪੈਦਾ ਹੋਏ ਸਨ। ਉਹਨਾਂ ਦਿਨਾਂ ਦੇ ਵਿੱਚ ਪੈਦਾ ਹੋਏ ਜਦੋਂ ਵਿੱਦਿਆ ਪ੍ਰਾਪਤ ਕਰਨੀ ਔਰਤਾਂ ਲਈ ਸੰਭਵ ਨਹੀਂ ਸੀ, ਨੀਵੀਆਂ ਪਛੜੀਆਂ ਜਾਤਾਂ ਲਈ ਸੰਭਵ ਨਹੀਂ ਸੀ। ਫਿਰ ਵੀ ਗੁਰੂ ਦਸਮ ਪਾਤਸ਼ਾਹ ਨੇ, ਕਿਉਂਕਿ ਨਿਰਮਲਿਆਂ ਨੂੰ, ਉਦਾਸੀਆਂ ਨੂੰ ਇਹ ਹਦਾਇਤ ਦਿੱਤੀ ਹੋਈ ਸੀ ਕਿ ਵਿੱਦਿਆ ਦੇ ਕਿਸੇ ਅਭਿਲਾਖੀ ਨੂੰ ਨਿਰਾਸ਼ ਨਹੀਂ ਮੋੜਨਾ। ਭਾਈ ਸੰਤੋਖ ਸਿੰਘ ਜੀ ਨੇ ਨਿਰਮਲੇ ਬਚਪਨ 'ਚ ਪਿਤਾ ਜੀ ਚਾਹੁੰਦੇ ਸਨ ਵਿਦਵਾਨ ਬਣਨ। ਉਹਨਾਂ ਨੂੰ ਨਿਰਮਲਿਆਂ ਦੇ ਡੇਰੇ 'ਤੇ ਛੱਡਿਆ ਏ। 15 ਸਾਲ ਨਿਰਮਲਿਆਂ ਦੇ ਡੇਰੇ 'ਤੇ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ। ਬ੍ਰਜ ਭਾਸ਼ਾ 'ਚ ਮਹਾਰਤ ਹਾਸਲ ਕੀਤੀ, ਸੰਸਕ੍ਰਿਤ 'ਚ ਮਹਾਰਤ ਹਾਸਲ ਕੀਤੀ। ਤੋ ਜਨਮ 22 ਸਤੰਬਰ 1788 ਈਸਵੀ ਨੂੰ ਪਿਤਾ ਦੇਵਾ ਸਿੰਘ ਤੇ ਬੀਬੀ ਰਾਜਦੇਈ ਦੇ ਘਰ ਨੂਰਦੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ 'ਚ ਹੋਇਆ ਸੀ। ਇਹ ਗ੍ਰੰਥ ਇੰਨਾ ਹਰਮਨ ਪਿਆਰਾ ਹੋਇਆ, ਸੰਗਤਾਂ ਨੇ ਇੰਨਾ ਪਸੰਦ ਕੀਤਾ। ਭਾਈ ਸਾਹਿਬ ਦੀ ਸ਼ਖਸੀਅਤ ਇੰਨੀ ਉੱਚੀ ਸੀ ਕਿ ਸਰਕਾਰ ਨੇ ਨੂਰਦੀ ਪਿੰਡ ਦਾ ਨਾਮ ਬਦਲ ਕੇ ਕਿਲ੍ਹਾ ਭਾਈ ਸੰਤੋਖ ਸਿੰਘ ਰੱਖ ਦਿੱਤਾ। ਹੁਣ ਇਹ ਤਰਨਤਾਰਨ ਜ਼ਿਲ੍ਹੇ 'ਚ। ਭਾਈ ਸੰਤੋਖ ਸਿੰਘ ਜੀ ਦੇ ਜਿਹੜੇ ਗ੍ਰੰਥ ਨੇ ਉਹਨਾਂ ਵਿੱਚ ਨਾਮਕੋਸ਼, ਟੀਕਾ ਗਰਭਗੰਜਨੀ, ਵਾਲਮੀਕੀ ਰਾਮਾਇਣ, ਆਤਮ ਪੁਰਾਣ, ਗੁਰੂ ਨਾਨਕ ਪ੍ਰਕਾਸ਼, ਗੁਰਪ੍ਰਤਾਪ ਸੂਰਜ ਗ੍ਰੰਥ। ਤੋ ਵੱਡੇ ਵਿਦਵਾਨ ਸਨ। ਭਾਈ ਵੀਰ ਸਿੰਘ ਨੇ ਨੋਟਿਸ ਲਿਆ ਕਿ ਜਿੱਡਾ ਸਤਿਕਾਰ ਦਾ ਹੱਕ ਬਣਦਾ ਸੀ ਭਾਈ ਸਾਹਿਬ ਜੀ ਦਾ, ਉਹਨਾਂ ਮਿਲ ਨਹੀਂ ਰਿਹਾ। ਇਸ ਕਰਕੇ ਨਹੀਂ ਮਿਲ ਰਿਹਾ ਕਿਉਂਕਿ ਬ੍ਰਜ ਭਾਸ਼ਾ ਬਹੁਤ ਔਖੀ ਸੀ। ਪੰਜਾਬ ਦੀ ਤਾਂ ਭਾਸ਼ਾ ਹੀ ਨਹੀਂ ਹੈ ਇਹ। ਇਹ ਭਾਸ਼ਾ ਹੈ ਬ੍ਰਜ, ਕਿਹਨੂੰ ਕਹਿੰਦੇ ਨੇ? ਮਥੁਰਾ ਬ੍ਰਿੰਦਾਵਨ ਦੇ ਏਰੀਏ ਨੂੰ। ਉੱਥੋਂ ਦੇ ਐਕੈਡਮਿਸ਼ੀਅਨਜ਼, ਸ਼ਾਇਰ ਜਿਸ ਭਾਸ਼ਾ 'ਚ ਗ੍ਰੰਥਾਂ ਦੀ ਰਚਨਾ ਕਰਦੇ ਸਨ ਉਹਨੂੰ ਉੱਚੀ ਅਤੇ ਪ੍ਰਮਾਣਿਕ ਮੰਨਿਆ ਜਾਂਦਾ ਸੀ ਅਤੇ ਵਿਦਵਾਨਾਂ ਦੀ ਜ਼ੁਬਾਨ ਮੰਨਿਆ ਜਾਂਦਾ ਸੀ। ਇੱਥੋਂ ਤੱਕ ਆਪਣੇ ਦਰਸ਼ਕਾਂ ਨੂੰ ਦੱਸੀਏ ਕਿ ਭਾਈ ਵੀਰ ਸਿੰਘ ਜੀ ਨੇ ਜਦੋਂ ਪੰਜਾਬੀ ਦੀ ਕਵਿਤਾ, ਲਿਖਣੇ ਸ਼ੁਰੂ ਕੀਤੇ ਤਾਂ ਉਹਨਾਂ ਦੇ ਨਾਨਾ ਜੀ
ਭਾਈ ਚਰਨ ਸਿੰਘ ਜੀ ਇਸ ਗੱਲੋਂ ਨਾਰਾਜ਼ ਸਨ ਕਿ ਪੰਜਾਬੀ 'ਚ ਕਿਉਂ ਲਿਖਦਾ ਹੈ? ਪੰਜਾਬੀ ਤਾਂ ਅਨਪੜ੍ਹਾਂ ਦੀ ਗਵਾਰਾਂ ਦੀ ਭਾਸ਼ਾ ਹੈ। ਜੇ ਵਿਦਵਤਾ ਦੀ ਧਾਕ ਬਿਠਾਣੀ ਹੈ ਸਰੋਤਿਆਂ ਦੇ ਪਾਠਕਾਂ ਤੇ ਤਾਂ ਬ੍ਰਜ ਭਾਸ਼ਾ 'ਚ ਲਿਖੋ। ਤੋ ਇਹ ਜਿਹੜੀ ਡਿਮਾਂਡ ਸੀ ਅਕਾਦਮੀਸ਼ੀਅਨਾਂ ਦੀ ਕਿ ਬ੍ਰਜ ਭਾਸ਼ਾ ਉੱਤਮ ਹੈ, ਉਹ ਮੱਦੇ ਨਜ਼ਰ ਰੱਖਦਿਆਂ ਇਹ ਸੋਚ ਕੇ ਕਿ ਗੁਰਮਤਿ ਦਰਸ਼ਨ, ਗੁਰ ਇਤਿਹਾਸ, ਸ਼੍ਰੀ ਗੁਰਬਾਣੀ ਇਹ ਅਨਪੜ੍ਹਾਂ ਦੀ ਮੰਦ ਬੁੱਧੀ ਬੰਦਿਆਂ ਦੀ ਕੋਈ ਚੀਜ਼ ਨਹੀਂ ਹੈ ਜਿਹਦੇ ਤੋਂ ਉਹ ਲਾਹਾ ਲੈਣਗੇ। ਇਹ ਵੱਡੇ ਵਿਦਵਾਨਾਂ ਦੇ ਵਿਚਾਰ ਨਿਹਿਤ ਗ੍ਰੰਥ ਰਚੇ ਗਏ ਅਤੇ ਇਸ ਤਰੀਕੇ ਆਪਾਂ ਗੁਰੂ ਦੀ ਉਪਮਾ ਕਰਨ ਵਾਲਾ ਇੱਕ ਗ੍ਰੰਥ ਤਿਆਰ ਕਰੀਏ। ਇਹ ਭਾਈ ਸੰਤੋਖ ਸਿੰਘ ਦੀ ਮਨਸ਼ਾ ਸੀ। ਇਹ ਗ੍ਰੰਥ ਰਚਿਆ ਗਿਆ, ਲੇਕਿਨ ਇਹ ਔਖਾ ਸੀ। ਭਾਈ ਵੀਰ ਸਿੰਘ ਨੇ ਦੇਖਿਆ ਕਿ ਸੰਗਤਾਂ ਸਮਝ ਨਹੀਂ ਰਹੀਆਂ। ਪਹਿਲਾ ਪ੍ਰਮਾਣਿਕ ਟੀਕਾ ਭਾਈ ਵੀਰ ਸਿੰਘ ਜੀ ਨੇ ਕੀਤਾ। ਅੱਛਾ, ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜਾ ਸਭ ਤੋਂ ਵੱਡਾ ਪ੍ਰਭਾਵ ਸੀ ਭਾਈ ਸਾਹਿਬ ਦੇ ਉੱਤੇ, ਭਾਈ ਸੰਤੋਖ ਜੀ ਦੇ ਉੱਤੇ, ਉਹ ਨਿਰਮਲਿਆਂ ਦਾ ਸੀ, ਕਿਉਂਕਿ ਤੁਸੀਂ ਕਿਹਾ ਨਿਰਮਲਿਆਂ ਦੇ ਡੇਰੇ 'ਚ ਰਹਿ ਕੇ ਹਾਂ, ਨਿਰਮਲਿਆਂ ਦਾ ਸੀ। ਤੇ ਨਿਰਮਲੇ ਹੋਏ, ਸੇਵਾ ਪੰਥੀ ਹੋਏ ਤੇ ਉਦਾਸੀ ਹੋਏ। ਜਦੋਂ ਖਾਲਸਾ ਪੰਥ 18ਵੀਂ ਸਦੀ 'ਚ ਸੰਕਟ 'ਚ ਸੀ, ਜੰਗਲਾਂ 'ਚ ਦਿਨ ਕਟੀ ਕਰ ਰਿਹਾ ਸੀ, ਸਰਵਾਈਵਲ ਦਾ ਕੁਐਸਚਨ ਸੀ ਸਿਰਫ, ਉਹਨਾਂ ਦਿਨਾਂ 'ਚ ਇਹਨਾਂ ਗ੍ਰੰਥਾਂ ਦੀ ਸੰਭਾਲ, ਇਹਨਾਂ ਗ੍ਰੰਥਾਂ ਦੇ ਅਰਥ, ਇਹਨਾਂ ਗ੍ਰੰਥਾਂ ਦਾ ਕੀਰਤਨ ਇਹਨਾਂ ਸੰਪਰਦਾਵਾਂ ਨੇ ਕੀਤਾ ਜਿਨ੍ਹਾਂ ਦੀ ਸਰਕਾਰ ਨਾਲ ਟੱਕਰ ਨਹੀਂ ਸੀ। ਉਦਾਸੀਆਂ ਦੀ, ਨਿਰਮਲਿਆਂ ਦੀ, ਸੇਵਾ ਪੰਥੀਆਂ ਦੀ ਸਰਕਾਰ ਨਾਲ ਕੋਈ ਟੱਕਰ ਨਹੀਂ ਸੀ। ਇਸ ਕਰਕੇ ਸਰਕਾਰ ਇਹਨਾਂ ਦੇ ਕੰਮਾਂ 'ਚ ਦਖਲ ਵੀ ਨਹੀਂ ਦਿੰਦੀ ਸੀ। ਤੋ ਇਹ ਕੰਮ ਹੈ ਜਿਹੜਾ ਐਕੈਡਮਿਸ਼ੀਅਨਸ ਦੇ ਕਰਨ ਵਾਲਾ, ਸੰਭਾਲਣ ਦੇ ਕੰਮ ਕਰਨ ਵਾਲਾ, ਇਹ ਉਦਾਸੀਆਂ ਨੇ, ਸੇਵਾ ਪੰਥੀਆਂ ਨੇ ਕੀਤਾ, ਨਿਰਮਲਿਆਂ ਨੇ ਕੀਤਾ। ਤੋ ਨਿਰਮਲਿਆਂ ਤੋਂ ਵਿੱਦਿਆ ਪ੍ਰਾਪਤ ਕਰਨੀ ਇਹ ਭਾਈ ਸੰਤੋਖ ਸਿੰਘ ਜੀ ਦੀ ਪ੍ਰਾਪਤੀ ਸੀ। ਖਰੀ ਤੇ ਸ਼ੁੱਧ ਵਿੱਦਿਆ ਪ੍ਰਾਪਤ ਕੀਤੀ। ਜੇ ਆਪਾਂ ਆਮ ਕਿਸੇ ਪਾਠਕ ਨੂੰ ਜਾਂ ਆਮ ਕਿਸੇ ਦਰਸ਼ਕ ਨੂੰ ਸਮਝਾਉਣਾ ਹੋਵੇ ਕਿ ਮਹੱਤਵ ਕੀ ਹੈਗਾ, ਸੂਰਜ ਪ੍ਰਕਾਸ਼ ਗ੍ਰੰਥ ਦਾ ਮਹੱਤਵ ਕੀ ਹੈਗਾ? ਭਾਈ ਸੰਤੋਖ ਸਿੰਘ ਜੀ ਦਾ ਇਹ ਵਿਸ਼ਵਾਸ ਹੈ ਕਿ ਸੰਸਾਰ 'ਚ ਅੰਧਕਾਰ ਸੀ, ਗੁਰੂ ਨਾਨਕ ਦੇਵ ਜੀ ਸੂਰਜ ਵਾਂਗ ਪ੍ਰਗਟ ਹੋਏ, ਸੰਸਾਰ 'ਚ ਰੋਸ਼ਨੀ ਹੋਈ, ਉਸ ਰੋਸ਼ਨੀ ਦੇ ਵਿੱਚੋਂ ਫਿਰ ਇਹ ਗ੍ਰੰਥਾਂ ਦੀਆਂ ਰਚਨਾਵਾਂ ਹੋਈਆਂ। ਉਸ ਸੂਰਜ ਨੇ ਜਿਹਨੇ ਸੰਸਾਰ ਵਿੱਚ ਅੰਧਕਾਰ ਦੂਰ ਕੀਤਾ, ਉਹਦੀ ਉਪਮਾ ਕਰੀਏ ਤੇ ਉਹਦਾ ਵਿਸਥਾਰ ਨਾਲ ਜ਼ਿਕਰ ਕਰੀਏ ਬ੍ਰਜ ਭਾਸ਼ਾ ਦੀ ਸ਼ਾਇਰੀ 'ਚ। ਇਹ ਉਹਨਾਂ ਦਾ ਮਨੋਰਥ ਸੀ। ਸੂਰਜ ਪ੍ਰਕਾਸ਼ ਗ੍ਰੰਥ ਇੱਕ ਮਹਾਕਾਵ ਆਗਾ। ਮਹਾਕਾਵ ਦਾ ਮਹੱਤਵ ਕੀ ਹੁੰਦਾ ਗਾ? ਮਤਲਬ ਮਹਾਕਾਵ ਨੂੰ ਕਿਵੇਂ ਦੇਖਿਆ ਜਾਵੇ? ਜਿਵੇਂ ਜ਼ਿਕਰ ਕੀਤਾ ਦੁਨੀਆ ਦੇ ਅੰਦਰ ਤਾਂ ਮਹਾਕਾਵ ਉੱਪਰ ਪਰਿਭਾਸ਼ਾਵਾਂ ਵੱਖ-ਵੱਖ ਆਚਾਰੀਆਂ ਨੇ ਬੜੀਆਂ ਦਿੱਤੀਆਂ ਨੇ, ਲੇਕਿਨ ਆਪਾਂ ਆਪਣੇ ਦਰਸ਼ਕਾਂ ਵਾਸਤੇ ਇੰਨਾ ਕੁ ਕਲੀਅਰ ਕਰ ਦਈਏ ਕਿ ਬਹੁਤ ਵੱਡੀ ਵਿਸਥਾਰਪੂਰਨ ਰਚਨਾ ਜਿਹਦੇ ਵਿੱਚ ਆਪਣੇ ਨਾਇਕ ਦੇ ਪਿਛਲੇ ਜਨਮਾਂ ਦੀਆਂ ਗੱਲਾਂ ਤੋਂ ਸ਼ੁਰੂ ਕਰਕੇ ਇਸ ਜਨਮ ਦੇ ਚਮਤਕਾਰ ਤੇ ਕਰਾਮਾਤਾਂ ਬਿਰਤਾਂਤ ਦਿੱਤੇ ਜਾਣ ਤਾਂ ਕਿ ਸੰਗਤ ਦੇ ਮਨ ਦੇ ਵਿੱਚ ਗਿਆਨ ਅਤੇ ਸ਼ਰਧਾ ਦੋਵੇਂ ਪੈਦਾ ਹੋਣ। ਕਦੀ ਕਦੀ ਤੁਸੀਂ ਮਹਿਸੂਸ ਕਰੋਗੇ, ਆਪਾਂ ਆਪਣੇ ਪਾਠਕਾਂ ਨੂੰ, ਦਰਸ਼ਕਾਂ ਨੂੰ ਇਹ ਕਹਿੰਦੇ ਹਾਂ, ਲਿਖਦੇ ਹਾਂ, ਦੇਖਦੇ ਹਾਂ ਕਿ ਜੀ ਉਹ ਫਲਾਣੇ ਗ੍ਰੰਥ ਦੇ ਵਿੱਚ ਤਾਂ ਸ਼ਰਧਾ ਬਹੁਤ ਹੈ, ਫਲਾਣੇ ਗ੍ਰੰਥ ਵਿੱਚ ਚਮਤਕਾਰ ਬਹੁਤ ਨੇ। ਇਹਦੇ ਬਾਰੇ ਇੱਕ ਬੋਧ ਸਾਖੀ ਬੜੀ ਦਿਲਚਸਪ ਲੱਗਦੀ ਹੈ ਮੈਨੂੰ, ਉਹ ਆਪਣੇ ਦਰਸ਼ਕਾਂ ਦੇ ਨਾਲ ਜ਼ਿਕਰ ਕਰੀਏ। ਕਰੋ, ਬਿਲਕੁਲ ਕਰੋ। ਮਹਾਤਮਾ ਬੁੱਧ ਪਿੰਡ 'ਚ ਧਰਮ ਪ੍ਰਚਾਰ ਕਰਕੇ ਅਗਲੇ ਪਿੰਡ ਜਾ ਰਹੇ ਸਨ। ਰਸਤੇ ਵਿੱਚ ਇੱਕ ਜਵਾਨ ਤੇਜ਼ੀ ਨਾਲ ਅੱਗੇ ਆਇਆ, ਚਰਨ ਛੂਹੇ ਤੇ ਹੱਥ ਜੋੜ ਕੇ ਕਹਿਣ ਲੱਗਾ, ਜੀ ਮੈਂ ਤੁਹਾਡੇ ਪ੍ਰਵਚਨ ਸੁਣੇ, ਤੁਹਾਡੇ ਦਰਸ਼ਨ ਹੋਏ, ਤੁਹਾਡੇ ਵਰਗਾ ਨਾ ਕੋਈ ਹੋਇਆ, ਨਾ ਹੈ, ਨਾ ਹੋਏਗਾ। ਮੇਰਾ ਨਾਂ ਸਾਰਿਪੁੱਤ ਹੈ, ਮੈਂ ਬ੍ਰਾਹਮਣ ਪੁੱਤਰ ਹਾਂ। ਮਹਾਤਮਾ ਬੁੱਧ ਨੇ ਪ੍ਰਸੰਨਤਾ ਨਾਲ ਅਸੀਸ ਦਿੱਤੀ ਤੇ ਕਿਹਾ, ਸਾਰਿਪੁੱਤ ਮੈਂ ਤੁਹਾਡਾ ਨਾਂ ਸੁਣਿਆ ਹੋਇਆ, ਲੋਕ ਤੁਹਾਡਾ ਜ਼ਿਕਰ ਸਤਿਕਾਰ ਨਾਲ ਕਰਦੇ ਨੇ, ਤੁਸੀਂ ਵਿਦਵਾਨ ਹੋ, ਪਰ ਜਿਹੜੇ ਵਾਕ ਤੁਸੀਂ ਹੁਣ ਕਹੇ ਕਿ ਤੁਹਾਡੇ ਜਿਹਾ ਨਾ ਕੋਈ ਹੋਇਆ, ਨਾ ਹੈ, ਨਾ ਹੋਏਗਾ, ਕੀ ਇਹ ਸੱਚ ਨੇ? ਸਾਰਿਪੁੱਤ ਨੇ ਕਿਹਾ, ਮੈਨੂੰ ਸੱਚ ਪ੍ਰਤੀਤ ਹੁੰਦੇ ਨੇ ਮਹਾਰਾਜ। ਤਥਾਗਤ ਨੇ ਪੁੱਛਿਆ, ਭੂਤ ਕਾਲ ਵਿੱਚ ਜਿੰਨੇ ਬੁੱਧ ਹੋਏ ਫਿਰ ਤੁਸੀਂ ਉਹਨਾਂ ਨੂੰ ਜਾਣਦੇ ਹੋਵੋਗੇ? ਨਹੀਂ ਮਹਾਰਾਜ। ਭਵਿੱਖ ਵਿੱਚ ਜਿਹੜੇ ਬੁੱਧ ਹੋਣਗੇ ਫਿਰ ਉਹਨਾਂ ਨੂੰ ਜਾਣਦੇ ਹੋਵੋਗੇ? ਅਜਿਹਾ ਵੀ ਮੈਂ ਦਾਅਵਾ ਨਹੀਂ ਕਰਦਾ ਮਹਾਰਾਜ। ਵਰਤਮਾਨ ਯੁੱਗ ਵਿੱਚ ਵੀ ਵੱਖ-ਵੱਖ ਭੂਖੰਡਾਂ ਉੱਤੇ ਅਨੇਕ ਬੁੱਧ ਧਰਮ ਦਾ ਪ੍ਰਕਾਸ਼ ਕਰ ਰਹੇ ਹਨ, ਫਿਰ ਉਹਨਾਂ ਨੂੰ ਜਾਣਦੇ ਹੋਵੋਗੇ? ਨਹੀਂ ਮਹਾਰਾਜ, ਇਹ ਦਾਅਵਾ ਵੀ ਨਹੀਂ। ਤਥਾਗਤ ਨੇ ਕਿਹਾ, ਮਿਥਿਆ ਬਚਨ ਬੋਲਣੇ ਤਾਂ ਆਮ ਲੋਕਾਂ ਲਈ ਵੀ ਸ਼ੋਭਨੀਕ ਨਹੀਂ ਸਾਰਿਪੁੱਤ, ਤੁਸੀਂ ਵਿਦਵਾਨ ਹੋ ਕੇ ਮਿਥਿਆ ਬਚਨ ਕਿਉਂ ਕਹੇ? ਸਾਰਿਪੁੱਤ ਨੇ ਕਿਹਾ, ਮਹਾਰਾਜ ਤੁਹਾਡੇ ਪ੍ਰਵਚਨ ਸੁਣੇ, ਤੁਹਾਡੇ ਦਰਸ਼ਨ ਹੋਏ, ਅਜਿਹਾ ਕਰਨ ਪਿੱਛੋਂ ਮੇਰੇ ਮਨ ਵਿੱਚ ਤੁਹਾਡੇ ਪ੍ਰਤੀ ਸ਼ਰਧਾ ਉਤਪੰਨ ਹੋਈ। ਇਹ ਵਾਕ ਸ਼ਰਧਾ ਦੀ ਪੈਦਾਵਾਰ ਹਨ ਮਹਾਰਾਜ। ਤਥਾਗਤ ਨੇ ਕਿਹਾ, ਇਹ ਵਾਕ ਸਾਰਿਪੁੱਤ
ਸੁਣਨ ਵਾਲੇ ਦੇ ਕੰਨਾਂ ਲਈ ਰਸਦਾਇਕ, ਬੋਲਣ ਵਾਲੇ ਦੀ ਜ਼ੁਬਾਨ ਲਈ ਰਸਦਾਇਕ। ਪਰ ਸ਼ਰਧਾ ਦੀ ਜੜ ਜੇ ਗਿਆਨ 'ਚ ਨਾ ਹੋਈ ਤਾਂ ਉਸ ਦੀ ਉਮਰ ਲੰਮੀ ਨਹੀਂ ਹੋਵੇਗੀ। ਇਹ ਇਸ਼ਾਰਾ ਹੈ ਤਥਾਗਤ ਦਾ ਕਿ ਸ਼ਰਧਾ ਬੁਰੀ ਚੀਜ਼ ਨਹੀਂ ਹੈ, ਲੇਕਿਨ ਸ਼ਰਧਾ ਦੀ ਜੜ ਗਿਆਨ 'ਚ ਹੋਣੀ ਜ਼ਰੂਰੀ ਹੈ। ਇਹ ਦੋਵੇਂ ਗੱਲਾਂ ਦਾ ਧਿਆਨ ਭਾਈ ਸੰਤੋਖ ਸਿੰਘ ਜੀ ਨੇ ਰੱਖਿਆ ਆਪਣੇ ਗ੍ਰੰਥ 'ਚ। ਸ਼ਰਧਾ ਕਿਤੇ ਨਹੀਂ ਨੀਵੀਂ ਹੋਣ ਦਿੰਦੇ, ਕਿਤੇ ਨਹੀਂ ਕਮੀ ਹੋਣ ਦਿੰਦੇ, ਅਤੇ ਉਹਦੇ ਨਾਲ ਹੀ ਇਤਿਹਾਸ ਦੇ ਵਿੱਚ ਕੋਈ ਵਿਘਨ ਨਹੀਂ ਪੈਣ ਦਿੰਦੇ। ਮੈਂ ਸ਼ੁਰੂ ਦੇ ਵਿੱਚ ਹੀ ਆਪਣੇ ਦਰਸ਼ਕਾਂ ਨਾਲ ਇੱਕ ਮਹੱਤਵਪੂਰਨ ਨੁਕਤਾ ਸਾਂਝਾ ਕਰ ਲਵਾਂ ਕਿ ਵਿਦਵਾਨਾਂ ਨੇ ਜਦੋਂ ਨੋਟਿਸ ਲਿਆ ਭਾਈ ਸੰਤੋਖ ਸਿੰਘ ਜੀ ਦੇ ਇਸ ਮਹਾਨ ਗ੍ਰੰਥ ਦਾ, ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਕਿ ਇਹ ਇਤਿਹਾਸ ਦਾ ਗ੍ਰੰਥ ਹੈ। ਫਿਰ ਇਹਦੀ ਆਲੋਚਨਾ ਕਰਦਿਆਂ ਕਿਹਾ ਕਿ ਇਹਦੇ ਵਿੱਚ ਇਤਿਹਾਸਕ ਤੱਥਾਂ ਦੀ ਥਾਂ ਮਿਥਿਹਾਸਕ ਤੱਥ ਬਹੁਤ ਨੇ, ਇਹਦੇ ਵਿੱਚ ਇਤਿਹਾਸ ਦੀਆਂ ਊਣਤਾਈਆਂ ਨੇ। ਇਸ ਤਰ੍ਹਾਂ ਦੀ ਚਰਚਾ, ਇਸ ਤਰ੍ਹਾਂ ਦੀ ਆਲੋਚਨਾ ਕਾਫੀ ਲੰਮਾ ਸਮਾਂ ਹੁੰਦੀ ਰਹੀ। ਮੈਂ ਜਦੋਂ ਇਸ ਗ੍ਰੰਥ ਦਾ ਪਾਠ ਕੀਤਾ ਅਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੈਂ ਭਾਂਪਿਆ, ਮੈਂ ਨੋਟਿਸ ਲਿਆ ਕਿ ਆਪਣੇ ਆਪ ਨੂੰ ਇਤਿਹਾਸਕਾਰ ਤਾਂ ਦਾਅਵਾ ਹੀ ਨਹੀਂ ਕਰਦੇ ਭਾਈ ਸੰਤੋਖ ਸਿੰਘ ਕਿ ਮੈਂ ਹਾਂ। ਉਹਨਾਂ ਉੱਤੇ ਪਹਿਲਾਂ ਤਾਂ ਇਤਿਹਾਸਕਾਰ ਹੋਣ ਦਾ ਆਰੋਪਣ ਕੀਤਾ। ਆਰੋਪਣ ਹੁੰਦਾ ਹੈ ਕਿ ਆਪਾਂ ਇੱਕ ਚੀਜ਼ ਉਹਨਾਂ ਦੇ ਨਾਂ ਨਾਲ ਟੈਗ ਲਾ ਦਿੱਤਾ ਕਿ ਉਹ ਇਤਿਹਾਸਕਾਰ ਨੇ। ਫਿਰ ਆਪੇ ਟੈਗ ਲਾ ਕੇ ਆਪੇ ਇਹ ਕਹਿਣਾ ਸ਼ੁਰੂ ਕੀਤਾ ਕਿ ਇਤਿਹਾਸਕ ਗਲਤੀਆਂ ਨੇ, ਇਤਿਹਾਸਕਾਰ ਹਨ ਨਹੀਂ, ਮਿਥਿਹਾਸਕਾਰ ਨੇ ਉਹ ਤਾਂ। ਵੀ ਕਿਹਨੇ ਕਿਹਾ ਸੀ ਤੁਹਾਨੂੰ ਕਿ ਉਹ ਇਤਿਹਾਸਕਾਰ ਨੇ? ਮੈਂ ਇਹ ਜਾਣਿਆ ਕਿ ਸ਼ੁੱਧ ਇਤਿਹਾਸਕਾਰ ਭਾਈ ਸੰਤੋਖ ਸਿੰਘ ਜੀ ਹਨ ਨਹੀਂ, ਉਹ ਧਰਮ ਸ਼ਾਸਤਰੀ ਨੇ। ਧਰਮ ਸ਼ਾਸਤਰੀ 'ਚ ਅਤੇ ਇਤਿਹਾਸਕਾਰ ਦੇ ਵਿੱਚ ਬੁਨਿਆਦੀ ਫਰਕ ਇਹ ਹੁੰਦਾ ਹੈ ਕਿ ਇਤਿਹਾਸਕਾਰ ਨੇ ਸਮੇਂ ਅਤੇ ਸਥਾਨ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਦਾ ਆਲੋਚਨਾਤਮਕ ਵਿਸ਼ਲੇਸ਼ਣ ਕਰਨਾ ਹੈ। ਜੋ ਠੀਕ ਹੈ ਠੀਕ ਲੱਗਿਆ ਠੀਕ ਕਿਹਾ, ਗਲਤ ਲੱਗਿਆ ਗਲਤ ਕਿਹਾ। ਧਰਮ ਸ਼ਾਸਤਰੀ ਇਸ ਤਰ੍ਹਾਂ ਨਹੀਂ ਕਰਦਾ। ਧਰਮ ਸ਼ਾਸਤਰੀ ਵਾਸਤੇ ਧਰਮ ਦੇ ਸਾਰੇ ਚਿੰਨ੍ਹ, ਸਾਰੇ ਗ੍ਰੰਥ, ਸਾਰੀਆਂ ਮਾਨਤਾਵਾਂ ਮੰਨਣਯੋਗ ਨੇ। ਮਸਲਨ ਮੈਂ ਇੱਕ ਸਿੰਪਲ ਐਗਜ਼ਾਮਪਲ ਦੇ ਦਿੰਦਾ ਕਿ ਮੈਂ ਕੜਾ ਪਹਿਨਿਆ ਹੋਇਆ ਆਪਣੇ ਹੱਥ 'ਚ, ਸਿੱਖ ਕੜਾ ਪਹਿਨਦੇ ਨੇ। ਜੇ ਕੋਈ ਪੁੱਛੇ ਵੀ ਇਹਦਾ ਕੀ ਫਾਇਦਾ ਹੈ, ਮੇਰੇ ਕੋਲ ਕੋਈ ਇਹਦੇ ਫਾਇਦੇ ਦੇ ਕਾਰਨ, ਇਹਦੇ ਫਾਇਦੇਮੰਦ ਗੁਣ ਮੇਰੇ ਕੋਲ ਦੱਸਣ ਲਈ ਨਹੀਂ ਹਨ। ਮੇਰੇ ਕੋਲ ਸਿਰਫ ਇਹ ਉੱਤਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਦਿੱਤਾ ਹੈ ਕਿ ਸਿੱਖ ਕੜਾ ਪਹਿਨਣਗੇ। ਧਰਮ ਸ਼ਾਸਤਰੀ ਮਾਨਤਾਵਾਂ ਦਾ ਸਤਿਕਾਰ ਕਰਦਾ ਹੈ ਅਤੇ ਮਾਨਤਾਵਾਂ ਨੂੰ ਸਹੀ ਸਾਬਤ ਕਰਨ ਦਾ ਯਤਨ ਕਰਦਾ ਹੈ। ਕਕਾਰ, ਦੁਨੀਆਦਾਰ ਕਹਿਣਗੇ ਕੀ ਫਾਇਦਾ ਅੱਜ ਕੱਲ੍ਹ ਕਕਾਰਾਂ ਦਾ। ਇੱਕ ਤੁਸੀਂ ਦੇਖਿਆ ਹੋਵੇਗਾ ਕਿ ਬਿਜਲੀ ਬੋਰਡ 'ਚੋਂ ਅਫਸਰ ਰਿਟਾਇਰ ਹੋਏ ਸੀ ਸਰਦਾਰ ਸਰੂਪ ਸਿੰਘ ਅਲੱਗ। ਉਹਨਾਂ ਨੇ ਕੇਸਾਂ ਦੀ ਮਹੱਤਤਾ 'ਤੇ ਕਈ ਕਿਤਾਬਾਂ ਲਿਖੀਆਂ ਨੇ। ਉਹ ਇਹ ਵੀ ਦੱਸਦੇ ਨੇ ਆਪਣੀਆਂ ਲਿਖਤਾਂ 'ਚ ਵੀ ਕੇਸ ਸਾਨੂੰ ਵਿਟਾਮਿਨ ਦਿੰਦੇ ਨੇ, ਕੇਸ ਸਾਨੂੰ ਗਰਮੀ ਸਰਦੀ ਤੋਂ ਬਚਾਉਂਦੇ ਨੇ, ਵਗੈਰਾ ਵਗੈਰਾ। ਵਿਗਿਆਨਕ ਤਹਾਂ 'ਤੇ ਲੀਹਾਂ 'ਤੇ ਉਹਨਾਂ ਨੇ ਕਾਫੀ ਕੰਮ ਕੀਤਾ। ਇੱਕ ਦਿਨ ਮੈਨੂੰ ਮਿਲ ਗਏ, ਮੈਨੂੰ ਕਹਿੰਦੇ ਮੇਰੀ ਲਿਖਤ ਕਦੀ ਪੜ੍ਹੀ? ਮੈਂ ਕਿਹਾ ਮੈਂ ਪੜ੍ਹਾਕੂ ਤਾਂ ਚੰਗਾ ਜੀ, ਲੇਖਕ ਨਹੀਂ ਮੈਂ ਮੰਨਦਾ ਵੀ ਬਹੁਤ ਵੱਡਾ। ਮੈਂ ਤੁਹਾਡੀ ਸਾਰੀਆਂ ਲਿਖਤਾਂ ਪੜ੍ਹੀਆਂ ਨੇ। ਕਹਿੰਦੇ ਕਿਵੇਂ ਲੱਗੀਆਂ? ਮੈਂ ਕਿਹਾ ਤੁਸੀਂ ਇਹ ਸਾਬਤ ਕਰ ਰਹੇ ਹੋ ਕਿ ਸਿੱਖ ਬਹੁਤ ਫਾਇਦੇਮੰਦ, ਕਿ ਕੇਸ ਸਿੱਖਾਂ ਲਈ ਬਹੁਤ ਫਾਇਦੇਮੰਦ ਨੇ। ਕੇਸਾਂ ਕਰਕੇ ਤਾਂ ਸਿੱਖਾਂ ਨੇ ਬਹੁਤ ਕਸ਼ਟ ਉਠਾਏ ਸੀ। ਕੇਸ ਜਿਹਦੇ ਦੇਖਦੇ ਸੀ ਮੁਗਲ ਅਫਸਰ, ਮੁਗਲ ਸੈਨਿਕ, ਮੁਗਲ ਸਟੇਟ ਗਰਦਨ ਵੱਢ ਦਿੰਦੇ ਸੀ ਕੇਸਾਂ ਕਰਕੇ ਵੀ ਇਹ ਸਿੱਖ ਹੈ। ਤਾਂ ਅਸੀਂ ਇਹ ਫਾਇਦੇਮੰਦ ਨੇ, ਇਹਨਾਂ 'ਚੋਂ ਵਿਟਾਮਿਨ ਮਿਲਦੇ ਨੇ, ਗਰਮੀ ਸਰਦੀ ਤੋਂ ਬਚਾਅ ਕਰਦੇ ਨੇ। ਸਿੱਖਾਂ ਨੇ ਇਸ ਕਰਕੇ ਨਹੀਂ ਰੱਖੇ। ਸਿੱਖਾਂ ਨੇ ਇਸ ਕਰਕੇ ਰੱਖੇ ਨੇ ਕਿ ਉਹਨਾਂ ਦੇ ਪਿਤਾ ਦਾ ਹੁਕਮ ਹੈ ਕਿ ਤੁਸੀਂ ਕੇਸਾਧਾਰੀ ਹੋਵੋਗੇ। ਕਵੀ ਤੇ ਇਤਿਹਾਸਕਾਰ 'ਚ ਕੀ ਫਰਕ ਹੁੰਦਾ ਗਾ? ਕਿਉਂਕਿ ਵਿਸ਼ਾ ਮਹਾਕਾਵ ਦਾ ਇਤਿਹਾਸ ਹੈਗਾ ਜਿਹੜੀ ਤੁਸੀਂ ਗੱਲ ਕਰ ਰਹੇ ਹੋਗੇ, ਫਿਰ ਕਵੀ ਤੇ ਇਤਿਹਾਸ ਦਾ ਰਿਸ਼ਤਾ ਹੁੰਦਾ ਕੀ ਹੈ? ਮੈਂ ਅਰਜ਼ ਕਰ ਚੁੱਕਿਆ ਜੀ ਕਿ ਸੂਰਜ ਪ੍ਰਕਾਸ਼ ਗ੍ਰੰਥ ਦਾ ਵਿਸ਼ਾ ਇਤਿਹਾਸ ਨਹੀਂ ਹੈ। ਸੂਰਜ ਪ੍ਰਕਾਸ਼ ਗ੍ਰੰਥ ਦਾ ਵਿਸ਼ਾ ਜਿਹੜਾ ਉਹ ਗੁਰੂ ਉਸਤਤ ਹੈ, ਉਹ ਗੁਰੂ ਦੀਆਂ ਦਿੱਤੀਆਂ ਪਰੰਪਰਾਵਾਂ ਦੀ ਉਸਤਤ ਹੈ ਅਤੇ ਗੁਰੂ ਦੇ ਦਿੱਤੇ ਹੁਕਮ ਨੇ ਜਿਹੜੇ ਉਹਨਾਂ ਨੂੰ ਸਹੀ ਠਹਿਰਾਉਣ ਦਾ ਯਤਨ ਹੈ। ਵਿਸ਼ਾ ਇਤਿਹਾਸ ਨਹੀਂ ਹੋਊ ਪਰ ਗੱਲ ਤਾਂ ਇਤਿਹਾਸ ਬਾਰੇ ਹੋ ਰਹੀ ਹੈ। ਉਹ ਤਾਂ ਹੋਏਗੀ। ਜਦੋਂ ਹੁਣ ਗੁਰੂ ਨਾਨਕ ਦੇਵ ਜੀ, ਆਪਾਂ ਨੂੰ ਪਤਾ ਹੈ ਕਿ 1469 'ਚ ਪ੍ਰਕਾਸ਼ ਹੋਇਆ ਉਹਨਾਂ ਦਾ, 1539 'ਚੋਂ ਸੰਸਾਰ 'ਚੋਂ ਵਿਦਾ ਹੋ ਗਏ। ਆਪਾਂ ਦੇਖਣਾ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਦੋਂ ਸੰਸਾਰ 'ਚ ਪ੍ਰਕਾਸ਼ ਨਹੀਂ ਹੋਇਆ ਸੀ, ਉਦੋਂ ਮਨੁੱਖਤਾ ਕੀ ਸੋਚਦੀ ਸੀ? ਜਦੋਂ ਉਹ ਸੰਸਾਰ 'ਚੋਂ ਵਿਦਾ ਹੋ ਗਏ ਤਾਂ ਦੁਨੀਆ 'ਚ ਕੋਈ ਤਬਦੀਲੀ ਆਈ? ਮੈਂ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਇਹ ਮਹਿਸੂਸ ਕਰਦਾ ਕਿ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ ਇਸ ਹੱਦ ਤੱਕ ਹੌਸਲਾ ਛੱਡ ਚੁੱਕਾ ਸੀ ਕਿ ਇਉਂ ਵਿਸ਼ਵਾਸ ਕਰਨ ਲੱਗ ਗਿਆ ਸੀ ਕਿ ਸਾਡਾ ਕਿਤੇ ਭਲਾ ਹੋ ਹੀ ਨਹੀਂ ਸਕਦਾ, ਸਾਡਾ ਕੋਈ ਸੰਵਰ ਹੀ ਨਹੀਂ ਸਕਦਾ। ਇੰਨਾ ਨਿਤਾਣਾ ਹੋ ਗਿਆ ਸੀ। ਗੁਰੂ ਨਾਨਕ ਦੇਵ ਜੀ ਨੇ ਥਾਂ ਥਾਂ 'ਤੇ ਮਿਲ ਕੇ ਪਿੰਡਾਂ ਸ਼ਹਿਰਾਂ 'ਚ ਲੋਕਾਂ ਨੂੰ ਇਹ ਕਿਹਾ ਕਿ ਤੁਹਾਡਾ ਕੁਝ ਵਿਗੜ ਹੀ ਨਹੀਂ ਸਕਦਾ, ਤੁਸੀਂ ਕਰਤਾਰ ਦੀ ਸੰਤਾਨ ਹੋ, ਕਰਤਾਰ ਦੀ ਸੰਤਾਨ ਨੂੰ ਸੰਸਾਰ 'ਚ ਕਸ਼ਟ ਨਹੀਂ ਆਏਗਾ, ਤੁਸੀਂ ਸਾਡਾ ਬਚਨ ਮੰਨੋ। ਗੁਰੂ ਨਾਨਕ ਦੇਵ ਜੀ ਦੇ ਬੋਲਾਂ 'ਚ
ਕਿੰਨੀ ਸ਼ਕਤੀ ਸੀ ਤੇ ਕਿੰਨੀ ਪ੍ਰੇਰਨਾ ਸੀ, ਇਹ ਇਸ ਗੱਲ ਤੋਂ ਸਾਬਤ ਹੋ ਜਾਂਦੀ ਹੈ। ਇਹਨਾਂ ਗੱਲਾਂ ਦਾ ਜ਼ਿਕਰ ਭਾਈ ਸੰਤੋਖ ਸਿੰਘ ਵੀ ਬਹੁਤ ਕਰਦੇ ਨੇ ਕਿ ਗੁਰੂ ਨਾਨਕ ਦੇਵ ਜੀ ਏਸ਼ੀਆ 'ਚ ਘੁੰਮੇ, 4 ਉਦਾਸੀਆਂ ਕੀਤੀਆਂ, ਪਿੰਡਾਂ 'ਚ ਸ਼ਹਿਰਾਂ 'ਚ ਜਿਨ੍ਹਾਂ ਲੋਕਾਂ ਨੂੰ ਮਿਲੇ, ਜ਼ਿੰਦਗੀ 'ਚ ਪਹਿਲੀ ਵਾਰੀ ਮਿਲੇ ਤੇ ਜ਼ਿੰਦਗੀ 'ਚ ਆਖਰੀ ਵਾਰ ਮਿਲੇ, ਦੁਬਾਰਾ ਤਾਂ ਮਿਲ ਹੀ ਨਹੀਂ ਸਕੇ। ਉਹਨਾਂ ਤੋਂ ਬਾਅਦ ਇੰਨੀਆਂ ਯਾਤਰਾਵਾਂ ਕਾਰਨ ਜੋ ਮਰਜ਼ੀ ਹੋਣ ਪਿਛਲੇਰੇ ਗੁਰੂ ਸਾਹਿਬਾਨ ਨਹੀਂ ਕਰ ਸਕੇ। 9ਵੇਂ ਪਾਤਸ਼ਾਹ ਨੇ ਅਸਾਮ ਤੇ ਬੰਗਾਲ ਤੱਕ ਯਾਤਰਾ ਕੀਤੀ। ਇਹ ਯਾਤਰਾ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਦੇ ਮੁਕਾਬਲੇ ਥੋੜ੍ਹੀ ਹੈ, ਲੇਕਿਨ ਫਿਰ ਵੀ ਕਾਫੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਰੂਟ ਚੁਣਿਆ ਅਸਾਮ ਬੰਗਾਲ ਤੱਕ ਦਾ ਤੇ ਵਾਪਸੀ, ਉਹ ਉਹੋ ਹੀ ਸੀ ਜਿਸ ਰੂਟ ਤੇ ਗੁਰੂ ਨਾਨਕ ਦੇਵ ਜੀ ਗਏ ਸੀ। ਜਦੋਂ ਪਤਾ ਲੱਗਦਾ ਕਿ ਗੁਰੂ ਨਾਨਕ ਦੇਵ ਜੀ ਦੇ 9ਵੇਂ ਸਰੂਪ ਆ ਰਹੇ ਨੇ, ਸੰਗਤਾਂ ਭੇਟਾਵਾਂ ਲੈ ਕੇ, ਸੁਗਾਤਾਂ ਲੈ ਕੇ, ਸ਼ਰਧਾ ਨਾਲ ਮਿਲਣ ਸ਼ਹਿਰ ਤੋਂ, ਪਿੰਡ ਤੋਂ ਬਾਹਰ ਜਾਂਦੀਆਂ ਤੇ ਪ੍ਰਣਾਮ ਕਰਕੇ ਪਹਿਲਾ ਇਤਰਾਜ਼ ਇਹ ਹੁੰਦਾ ਸੀ, ਮਹਾਰਾਜ ਇੰਨੇ ਸਾਲ ਬਾਅਦ ਦਰਸ਼ਨ ਦਿੱਤੇ, 200 ਸਾਲ ਬਾਅਦ, 2 ਸਦੀਆਂ ਬਾਅਦ 10 ਪੀੜ੍ਹੀਆਂ ਬਦਲ ਜਾਂਦੀਆਂ ਨੇ। ਗੁਰੂ ਨਾਨਕ ਦੇਵ ਜੀ ਕੀ ਦੇ ਕੇ ਗਏ ਸੀ ਲੋਕਾਂ ਨੂੰ, ਜਿਹੜਾ ਉਹਨਾਂ ਨੂੰ ਇਹ ਸੀ ਕਿ ਇੰਨੀ ਦੇਰ ਬਾਅਦ ਦਰਸ਼ਨ ਹੋਏ ਨੇ ਸਾਨੂੰ? ਉਹਨਾਂ ਨੂੰ ਪ੍ਰੇਰਨਾ ਦਿੱਤੀ, ਧਰਵਾਸ ਦਿੱਤਾ ਤੇ ਕਿਹਾ ਕਿ ਕਰਤਾਰ ਦੀ ਸੰਤਾਨ ਹੋ ਤੁਸੀਂ, ਤੁਹਾਡਾ ਕੁਝ ਨਹੀਂ ਵਿਗੜੇਗਾ। ਇਸ ਕਰਕੇ ਇਹ ਜਿਹੜਾ ਸੈਲਫ ਕੌਨਫੀਡੈਂਸ ਹੈ, ਇਹੀ ਸੰਸਾਰ 'ਚ ਸਭ ਤੋਂ ਵੱਡੀ ਤਾਕਤ ਹੁੰਦੀ। ਉਹੋ ਹੀ ਲੋਕ ਸਨ ਜਿਹੜੇ ਕਹਿੰਦੇ ਸੀ ਸਾਡੇ 'ਚ ਤਾਂ ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਦ ਕभी नहीं पकड़ी, चिड़ी उड़े डर से मर जाएं, ਮੁਗਲਨ ਸਿਉ ਕੈਸੇ ਲੜ ਪਾਏ। ਇਹ ਸੀ ਲੋਕਾਂ ਦਾ ਕਿ ਸਾਡੇ ਵਰਗੇ ਲੋਕ ਕਿਵੇਂ ਲੜ ਸਕਦੇ ਨੇ। 10ਮ ਪਾਤਸ਼ਾਹ ਨੇ ਜਦੋਂ ਪ੍ਰੇਰਨਾ ਦਿੱਤੀ, ਖਾਲਸਾ ਪੰਥ ਸਾਜਿਆ, ਫਿਰ ਕੀ ਸੰਗਤ ਦੇ ਵਿੱਚ ਬਦਲਾਅ ਆਇਆ। ਧਰ ਲੂੰਗਾ ਅਬ ਏਕ ਏਕ ਕੋ ਸ਼ਮਸ਼ੀਰ ਕੇ ਆਗੇ, रख दूंगा सीना और दिल चीर के आगे, दुनिया जो झुकी फिरती थी तकदीर के आगे, ये तकदीर भी झुक जाएगी मेरे तीर के आगे। ये 2 धारा खंडा जो देर से बेकार पड़ा था, सब जंग उतर जाएगा जो इस पे चढ़ा था। ਉਹ ਮੁਗਲ ਪਠਾਨ ਜਿਹੜੇ ਅਫਗਾਨਿਸਤਾਨ, ਈਰਾਨ ਤੋਂ ਹਮਲਾਵਰਾਂ ਦੇ ਰੂਪ ਦੇ ਵਿੱਚ ਆਉਂਦੇ ਸੀ, ਉਹਨਾਂ ਦੇ ਹਮਲੇ ਸਦਾ, ਯਾਨੀ ਈਡੀਐਮ ਹੈ, ਅਸੀਂ ਅਕਸਰ ਆਪਣੇ ਵਿਦਿਆਰਥੀਆਂ ਨਾਲ ਸ਼ੇਅਰ ਕਰਦੇ ਹੁੰਦੇ ਹਾਂ ਕਿ ਉਹ ਤੋਪ ਦਾ ਗੋਲਾ ਜਿਹੜਾ ਕਾਬਲ ਤੋਂ ਚੱਲਦਾ ਸੀ, ਦਿੱਲੀ ਤੱਕ ਨਹੀਂ ਰੁਕਦਾ ਸੀ, ਉਹ ਰੁਕ ਗਿਆ ਸਦਾ ਵਾਸਤੇ। ਤੇ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਖਾਲਸਾ ਨੇ ਕਾਬਲ ਦੀਆਂ ਸੜਕਾਂ ਤੇ ਮਾਰਚ ਕੀਤਾ ਸੀ। ਇਹ ਇਤਿਹਾਸ ਦੇ ਵਿੱਚ ਚਮਤਕਾਰ ਹੀ ਹੋਇਆ ਕਿ ਪੁੱਠਾ ਗੇੜਾ ਦੇ ਦਿੱਤਾ ਸਮੇਂ ਨੂੰ। ਇਹ ਗੁਰੂ ਨਾਨਕ ਦੇਵ ਦੀ ਤਾਕਤ ਹੈ, ਜਿਸ ਤਾਕਤ ਦਾ ਜ਼ਿਕਰ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਰਦੇ ਨੇ। ਅੱਛਾ, ਇਤਿਹਾਸ ਲਿਖਣ ਦੇ ਪੁਰਾਣੇ ਤਰੀਕੇ ਇਕੱਲੇ ਆਪਣੇ ਕੋਲ ਹੀ ਨਹੀਂ, ਬਹੁਤ ਸਾਰੇ ਤਰੀਕੇ, ਜਿਵੇਂ ਭਾਈ ਸਾਹਿਬ ਨੇ ਲਿਖਿਆ, ਜਿਵੇਂ ਤੁਸੀਂ ਕਹਿੰਦੇ ਹੋ ਇਤਿਹਾਸ ਨਹੀਂ ਆ ਉਸ ਤਰ੍ਹਾਂ, ਹੈ ਨਾ। ਵੈਸੇ ਕੀ ਫਰਕ ਹੈਗਾ ਜੇ ਤੁਸੀਂ ਹੁਣ ਦੇਖਦੇ ਹੋ ਆਧੁਨਿਕ ਅਤੇ ਪ੍ਰਾਤਨ ਜਿਹੜੀ ਇਤਿਹਾਸਕਾਰੀ ਹੈਗੀ, ਉਹ ਬਹੁਤ ਇਸ ਤਰ੍ਹਾਂ ਮਹਾਕਾਵ ਦੇ ਰੂਪ ਦੇ ਅੰਦਰ ਹੋਰਾਂ ਥਾਵਾਂ ਦੇ ਉੱਤੇ ਵੀ ਦੁਨੀਆ 'ਚ ਹੋਈ ਹੈਗੀ। ਕੀ ਫਰਕ ਆ ਆਧੁਨਿਕ ਤੇ ਪੁਰਾਤਨ ਇਤਿਹਾਸਕਾਰੀ 'ਚ? ਤੁਸੀਂ ਤਾਂ ਮੰਨ ਕੇ ਚੱਲ ਰਹੇ ਹੋ ਕਿ ਇਤਿਹਾਸ ਦੇ ਰੂਪ 'ਚ ਇਹਨੂੰ ਨਾ ਦੇਖਿਆ ਜਾਵੇ। ਨਹੀਂ, ਮੈਂ ਇਤਿਹਾਸ ਦੇ ਖਿਲਾਫ ਨਹੀਂ ਹਾਂ। ਮੈਂ ਇਹ ਕਹਿਣਾ ਕਿ ਇਕੱਲਾ ਇਤਿਹਾਸ ਹੈ ਜਿਹੜਾ, ਉਹ ਸਾਡੀ ਤਾਕਤ ਨਹੀਂ ਬਣਦੀ। ਉਹਦੇ ਨਾਲ ਪ੍ਰੇਰਨਾ, ਸ਼ਰਧਾ, ਮੁਹੱਬਤ। ਹੁਣ ਤੁਸੀਂ ਦੇਖੋ, ਅਸੀਂ ਸੂਰਜ ਪ੍ਰਕਾਸ਼ ਗ੍ਰੰਥ ਨੂੰ ਇਤਿਹਾਸ ਮੰਨਦੇ ਹਾਂ। ਇਤਿਹਾਸ ਦੇ ਅੰਸ਼ ਹੈਗੇ ਇਹਦੇ 'ਚ, ਲੇਕਿਨ ਇਤਿਹਾਸਕ ਗ੍ਰੰਥ ਨਹੀਂ ਹੈ, ਇਤਿਹਾਸ ਦਾ ਗ੍ਰੰਥ ਨਹੀਂ ਹੈ। ਇਤਿਹਾਸ ਦਾ ਜ਼ਿਕਰ ਤਾਂ ਹੋਏਗਾ ਜਦੋਂ, ਪਰ ਪੁਰਾਤਨ ਇਤਿਹਾਸਕਾਰੀ ਇਸ ਤਰੀਕੇ ਨਾਲ ਹੁੰਦੀ ਸੀ। ਮੈਂ ਕਹਿ ਰਿਹਾ ਹੈਗਾ ਕਿ ਫਿਰ ਪੁਰਾਤਨ ਤੇ ਆਧੁਨਿਕ ਇਤਿਹਾਸਕਾਰੀ ਨੂੰ ਤੁਸੀਂ ਦੇਖਦੇ ਕਿਵੇਂ ਹੋ? ਦੇਖੋ, ਹੁਣ ਵੀ ਇਤਿਹਾਸਕਾਰੀ ਹੈ ਜਿਹੜੀ, ਉਹ ਟੈਕਨੀਕਲ ਗਰਾਊਂਡ 'ਤੇ ਸਫਲ ਨਹੀਂ ਹੁੰਦੀ। ਜਦੋਂ ਆਪਾਂ ਸਿਰਫ ਇਹ ਦੇਖੀਏ ਨਾ, ਉਹ ਤਾਂ ਫਿਰ ਆਪਾਂ ਨੂੰ ਗੂਗਲ ਤੋਂ ਮਿਲ ਜੂਗਾ ਵੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਕਦੋਂ ਹੋਇਆ ਸੀ ਤੇ ਸ਼ਹਾਦਤ ਕਦੋਂ ਹੋਈ ਸੀ, ਉਹ ਆਪਾਂ ਨੂੰ ਮਿਲ ਜਾਂਦੀ ਹੈ। ਤੁਸੀਂ ਦੇਖੋ ਕਿ ਮੈਂ ਐਗਜ਼ਾਮਪਲ ਵਜੋਂ ਦੱਸਦਾ ਤੁਹਾਨੂੰ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਬਾਣੀ ਹੈ। ਇਹ ਜਿਹੜਾ ਸ਼ਬਦ ਹੈ, ਇਹਦੇ ਵਿੱਚ ਵਰਤੇ ਗਏ ਸਾਰੇ ਸ਼ਬਦ ਡਿਕਸ਼ਨਰੀ 'ਚ ਹੈਗੇ, ਲੇਕਿਨ ਡਿਕਸ਼ਨਰੀ 'ਚ ਪਏ ਉਹ ਸਾਨੂੰ ਪ੍ਰੇਰਨਾ ਨਹੀਂ ਦਿੰਦੇ। ਸ਼ਿਵ ਕੁਮਾਰ ਬਟਾਲਵੀ ਦਾ ਇੱਕ ਗੀਤ ਹੈ ਜਿਹੜਾ, ਉਹ ਨੁਸਰਤ ਫਤਿਹ ਅਲੀ ਖਾਨ ਵੀ ਗਾਉਣ ਲੱਗ ਜਾਂਦਾ। ਉਹ ਗੀਤ ਦੇ ਵਿੱਚ ਜਿਹੜੇ ਦਰਜ ਸ਼ਬਦ ਨੇ, ਉਹ ਕੋਸ਼ 'ਚ ਵੀ ਹੈਗੇ, ਲੇਕਿਨ ਕੋਸ਼ ਦੇ ਸ਼ਬਦ ਸਾਡੇ 'ਤੇ ਅਸਰ ਨਹੀਂ ਕਰਦੇ। ਇਸ ਤਰ੍ਹਾਂ ਤੱਥ, ਘਟਨਾਵਾਂ, ਸ਼ਖਸੀਅਤਾਂ, ਸਮਾਂ, ਸਥਾਨ, ਇਹ ਰਿਕਾਰਡ ਕਰਨੇ ਚੰਗੇ ਨੇ, ਕਰ ਲੈਣੇ ਚਾਹੀਦੇ ਨੇ, ਲੇਕਿਨ ਇਹ ਸਾਡੇ ਵਾਸਤੇ ਪ੍ਰੇਰਨਾ ਦਾ ਸਰੋਤ ਨਹੀਂ ਬਣਦੇ। ਪ੍ਰੇਰਨਾ ਦਾ ਸਰੋਤ ਬਣਨਗੇ ਉਦੋਂ ਜਦੋਂ ਇਹ ਅਮਲ 'ਚ ਆਉਣਗੇ, ਜਦੋਂ ਇਹ ਗ੍ਰੰਥਾਂ ਰਾਹੀਂ ਐਕਸਪਲੇਨ ਕੀਤੇ ਜਾਣਗੇ। ਮੈਂ ਇੱਕ ਐਗਜ਼ਾਮਪਲ ਤੁਹਾਨੂੰ ਆਧੁਨਿਕ ਵੀ ਦੇ ਦਿੰਦਾ। ਕਾਕੂਜ਼ੋ ਓਕਾਕੁਰਾ ਜਾਪਾਨ ਦਾ ਸ਼ਾਇਰ ਸੀ, ਪ੍ਰੋਫੈਸਰ ਪੂਰਨ ਸਿੰਘ ਦਾ ਦੋਸਤ। ਉਹਦੀ ਕਿਤਾਬ ਹੈ ਬੁੱਕ ਆਫ ਟੀ, ਤੁਸੀਂ ਟਰਾਂਸਲੇਟ ਕੀਤੀ ਹੈ? ਟਰਾਂਸਲੇਟ ਕੀਤੀ ਹੈ। ਉਹਦੇ ਵਿੱਚ ਉਹ 5-6 ਅਧਿਆਏ ਨੇ,
ਉਹਦੇ ਵਿੱਚ ਨਵੀਆਂ ਮਿੱਥਾਂ ਦੀ ਸਿਰਜਣਾ ਕਰਦਾ ਤੇ ਕਿਤੇ ਬੁਰੀਆਂ ਨਹੀਂ ਲੱਗਦੀਆਂ। ਮਸਲਨ ਇੱਕ ਅਧਿਆਇ ਹੈ ਫਲਾਵਰਸ, ਉਹ ਕਹਿੰਦਾ ਕਿ ਫੁੱਲ ਮਨੁੱਖ ਨੂੰ, ਧਰਤੀ ਨੂੰ ਇੰਨਾ ਪਿਆਰ ਕਰਦੇ ਨੇ ਕਿ ਬੱਚੇ ਦੇ ਜਨਮ ਵੇਲੇ ਵੀ ਫੁੱਲ, ਵਿਆਹ ਵੇਲੇ ਵੀ ਫੁੱਲ। ਇਹ ਸ਼ਦਾਈ ਤਾਂ ਸਾਡੀਆਂ ਕਬਰਾਂ 'ਤੇ ਖਿੜਨੋਂ ਵੀ ਨਹੀਂ ਹਟਦੇ। ਅਤੇ ਬੰਦਾ ਉਹ ਇੰਨਾ ਦਰਿੰਦਾ, ਉਹਨੇ ਫੁੱਲਾਂ ਨੂੰ ਉਜਾੜਨਾ ਸ਼ੁਰੂ ਕਰ ਦਿੱਤਾ। ਇੰਨਾ ਉਜਾੜਾ ਕੀਤਾ, ਇੰਨਾ ਉਜਾੜਾ ਕੀਤਾ ਕਿ ਕਈ ਨਸਲਾਂ ਫੁੱਲਾਂ ਦੀਆਂ ਤਾਂ ਧਰਤੀ ਤੋਂ ਸਦਾ ਲਈ ਖਤਮ ਹੋ ਗਈਆਂ। ਪਰਹੈਪਸ ਦੇ ਹੈਵ ਮਾਈਗ੍ਰੇਟਿਡ ਟੂ ਹੈਵਨ, ਸ਼ਾਇਦ ਉਹ ਸਵਰਗ 'ਚ ਜਾ ਵਸੀਆਂ ਹੁਣ। ਉਮੀਦ ਨਹੀਂ ਛੱਡਦਾ ਉਹ ਕਿ ਹੈਗੀਆਂ, ਅਸੀਂ ਸਵਰਗ 'ਚ ਦੇਖ ਲਾਂਗੇ। ਫਿਰ ਉਹ ਲਿਖਦਾ, ਇੱਕ ਫੁੱਲ ਧਰਤੀ 'ਤੇ ਰਹਿਣਾ ਚਾਹੁੰਦਾ ਸੀ ਪਰ ਬੰਦੇ ਦੀ ਦਰਿੰਦਗੀ ਤੋਂ ਡਰਦਾ ਸੀ। ਉਹਨੇ ਰੱਬ ਅੱਗੇ ਪ੍ਰਾਰਥਨਾ ਕੀਤੀ, ਪਿਤਾ ਤੂੰ ਨਿੱਕੇ ਜਿਹੇ ਕੀੜੇ ਨੂੰ ਵੀ ਲੱਤਾਂ ਦੇ ਦਿੱਤੀਆਂ, ਜਾਨ ਬਚਾਉਣ ਲਈ ਉਹ ਦੌੜ ਤਾਂ ਸਕਦਾ ਹੈ। ਤੂੰ ਸ਼ਹਿਦ ਦੀ ਮੱਖੀ ਨੂੰ ਡੰਗ ਦੇ ਦਿੱਤਾ, ਡੰਗ ਨਾਲ ਡਰਾ ਤਾਂ ਸਕਦੀ ਹੈ। ਮੇਰੇ ਕੋਲ ਨਾ ਡੰਗ, ਮੇਰੇ ਕੋਲ ਨਾ ਲੱਤਾਂ, ਮੈਂ ਕਿਵੇਂ ਬਚਾਂ? ਮੇਰਾ ਪਿਤਾ, ਮੇਰਾ ਇੱਥੇ ਰਹਿਣ ਨੂੰ ਦਿਲ ਕਰਦਾ ਪਰ ਮੈਨੂੰ ਬਚਾ। ਰੱਬ ਨੇ ਉਸ ਦੀ ਪ੍ਰਾਰਥਨਾ ਸਵੀਕਾਰ ਕਰਕੇ ਉਸ ਨੂੰ 2 ਨਿੱਕੇ ਨਿੱਕੇ ਖੰਭ ਦੇ ਦਿੱਤੇ। ਜਿਹਨੂੰ ਤੁਸੀਂ ਤਿਤਲੀ ਆਖਦੇ ਹੋ, ਇਹ ਟਾਹਣੀ 'ਤੇ ਲੱਗਿਆ ਹੈ, ਉਹ ਫੁੱਲ ਸੀ ਜਿਹਦੀ ਅਰਦਾਸ ਮਨਜ਼ੂਰ ਹੋ ਗਈ। ਇਹ ਸ਼ਾਇਰੀ ਹੈ, ਇਹ ਫਲਸਫਾ ਹੈ, ਅਤੇ ਇਹਦੇ ਵਿੱਚ ਸੰਗੀਤ ਹੈ। ਇਹ ਬੁਰਾ ਨਹੀਂ ਹੈ ਅਤੇ ਨਿਰੀ ਮਿੱਥ ਹੈ। ਹੁਣ ਦੇਖੋ ਤੁਸੀਂ ਗੱਲ ਕਰਨ ਦਾ ਅੰਦਾਜ਼ ਕਿ ਅਸੀਂ ਆਰ ਕੇ ਤ੍ਰਿਪਾਠੀ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਸੱਦਿਆ ਇੱਕ ਵਾਰ ਪੰਜਾਬੀ ਯੂਨੀਵਰਸਿਟੀ 'ਚ। ਉਹ ਪੇਪਰ ਲਿਖ ਕੇ ਲਿਆਏ, ਧੋਤੀ ਪਹਿਨਦੇ ਸੀ, ਮੱਥੇ 'ਤੇ ਟਿੱਕਾ ਲਾਉਂਦੇ ਸੀ। ਬਨਾਰਸ ਹਿੰਦੂ ਯੂਨੀਵਰਸਿਟੀ 'ਚ ਫਿਲਾਸਫੀ ਡਿਪਾਰਟਮੈਂਟ ਦੇ ਮੁਖੀ ਸਨ। ਹਿੰਦੁਸਤਾਨ ਦੇ ਸਾਰੀਆਂ ਯੂਨੀਵਰਸਿਟੀਆਂ ਦੇ ਸਾਰੇ ਡਿਪਾਰਟਮੈਂਟਾਂ ਤੋਂ ਵੱਡਾ ਹੈ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਫਿਲਾਸਫੀ ਡਿਪਾਰਟਮੈਂਟ। ਉਹਦੇ ਮੁਖੀ ਸਨ। ਸੰਸਕ੍ਰਿਤ ਅਤੇ ਅੰਗਰੇਜ਼ੀ ਪਾਣੀ ਵਰਗਾ ਫਲੋ ਸੀ ਉਹਨਾਂ 'ਚ। ਪੇਪਰ ਲਿਖ ਕੇ ਲਿਆਏ ਸਨ ਜਿਹੜਾ ਸਾਰਾ ਹੀ ਸੋਹਣਾ ਸੀ, ਲੇਕਿਨ ਉਹਦੀ ਪਹਿਲੀ ਪੰਕਤੀ ਹੈ ਜਿਹੜੀ ਆਪਾਂ ਆਪਣੇ ਦਰਸ਼ਕਾਂ ਨੂੰ ਸੁਣਾ ਦਈਏ। It is wrong to say that there were 10 Sikh gurus. It is wrong to say that there were 10 Sikh gurus. In fact, Guru Nanak gave us 10 opportunities so that we may be able to understand him. ਇਹ ਤਾਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ 10 ਮੌਕੇ ਦਿੱਤੇ ਤਾਂ ਕਿ ਅਸੀਂ ਉਹਨਾਂ ਦੀ ਗੱਲ ਸਮਝੀਏ। ਪਹਿਲੀ ਵਾਰੀ ਨਹੀਂ ਸਮਝ ਪਾਏ ਸੀ, ਉਹਨਾਂ ਨੇ ਪਹਿਲੀ ਵਾਰੀ ਸਮਝਾਏ। ਫਿਰ 5ਵੇਂ ਪੀਰੀਅਡ ਦੇ ਵਿੱਚ ਉਹਨਾਂ ਨੇ ਤੱਤੀ ਤਵੀ 'ਤੇ ਬੈਠ ਕੇ ਇੱਕ ਸਬਕ ਦਿੱਤਾ। ਫਿਰ 9ਵੇਂ ਪੀਰੀਅਡ ਦੇ ਵਿੱਚ ਉਹਨਾਂ ਨੇ ਚਾਂਦਨੀ ਚੌਕ 'ਚ ਕੁਝ ਸਿਖਾਇਆ। ਫਿਰ 10ਵੇਂ ਪੀਰੀਅਡ ਦੇ ਵਿੱਚ ਉਹਨਾਂ ਨੇ ਖਾਲਸਾ ਪੰਥ ਦਾ ਪ੍ਰਕਾਸ਼ ਕੀਤਾ। ਇਹ ਵਿਆਖਿਆ ਦਾ ਇੱਕ ਢੰਗ ਹੈ ਜਿਹੜਾ ਕਿ ਬੁਰਾ ਨਹੀਂ ਹੈ, ਜਿਹੜਾ ਕਿ ਇਹ ਹਰਮਨ ਪਿਆਰਾ ਹੋਣਾ ਵਾਜਬ ਹੈ ਤੇ ਚਾਹੀਦਾ। ਅੱਛਾ, ਜਦੋਂ ਆਪਾਂ ਹਵਾਲਿਆਂ ਦੀ ਗੱਲ ਕਰਦੇ ਹਾਂ, ਅੱਗੇ ਜਦੋਂ ਆਪਾਂ ਰੈਫਰੈਂਸ ਦੀ ਗੱਲ ਕਰਦੇ ਹਾਂ, ਤਾਂ ਜਦੋਂ ਇਤਿਹਾਸ ਦੀ ਗੱਲ ਹੁੰਦੀ ਹੈ ਤਾਂ ਬਕਾਇਦਾ ਤੌਰ 'ਤੇ ਸੂਰਜ ਪ੍ਰਕਾਸ਼ ਗ੍ਰੰਥ ਵੱਲ ਵੀ ਦੇਖਿਆ ਜਾਂਦਾ ਗਾ। ਜੋ ਤੁਸੀਂ ਕਹਿੰਦੇ ਹੋ ਹਿਸਟਰੀ ਨਹੀਂ ਹੈਗਾ, ਉਸ ਤਰ੍ਹਾਂ ਦੀ ਹਿਸਟਰੀ ਨਹੀਂ ਹੈਗੀ ਹੈ ਨਾ, ਜਿਸ ਤਰ੍ਹਾਂ ਦੀ ਅਸੀਂ ਜਦੋਂ ਆਧੁਨਿਕ ਅਤੇ ਪੁਰਾਤਨ ਦਾ ਅਸੀਂ ਉਹ ਕਰਦੇ ਹਾਂ। ਤੁਸੀਂ ਹਿਸਟੋਰੀਓਗ੍ਰਾਫੀ ਦੇ ਆਈਡੀਏ ਨੂੰ ਡਿਵੈਲਪ ਕਰਨ ਦੇ ਰੂਪ 'ਚ ਇਹਨੂੰ ਕਿਵੇਂ ਦੇਖਦੇ ਹੋ ਕਿ ਸਹਾਈ ਸਿੱਧ ਹੋ ਸਕਦਾ ਹੈ? ਇਹ ਗ੍ਰੰਥ ਸਹਾਈ ਆ ਜਿਹੜਾ ਸਾਡਾ ਨਵੀਂ ਹਿਸਟੋਰੀਓਗ੍ਰਾਫੀ ਹੈ ਜਿਹਨੂੰ ਡਿਵੈਲਪ ਕਰਨ ਦਾ ਜੋ ਆਈਡੀਆ ਹੈਗਾ ਉਹਦੇ 'ਚ? ਦੇਖੋ, ਸੂਰਜ ਪ੍ਰਕਾਸ਼ ਉੱਪਰ ਗੱਲਾਂ ਹੋ ਰਹੀਆਂ ਨੇ, ਭਾਈ ਸੰਤੋਖ ਸਿੰਘ ਜੀ ਦਾ ਜ਼ਿਕਰ ਚੱਲ ਰਿਹਾ ਹੈ। ਇਹਦੇ ਤੋਂ ਪਹਿਲਾਂ ਜਨਮ ਸਾਖੀਆਂ ਦਾ ਸਾਹਿਤ ਸੀ ਆਪਣਾ। ਜਨਮ ਸਾਖੀਆਂ ਤੋਂ ਮੁਨਕਰ ਹੋ ਗਏ ਬਹੁਤ ਸਾਰੇ ਪਾਠਕ, ਖਾਸ ਕਰਕੇ ਵਿਦਵਾਨ। ਇਹ ਤਾਂ ਮਿੱਥ ਹੈ, ਇਹ ਤਾਂ ਚਮਤਕਾਰ ਹੈ। ਭਈ ਮਿੱਥ ਅਤੇ ਚਮਤਕਾਰ ਇੱਕ ਤਾਂ ਸੁੱਟਣ ਯੋਗ ਵਸਤਾਂ ਹਨ ਹੀ ਨਹੀਂ। ਦੂਜੀ ਗੱਲ ਇਹ, ਅਣਜਾਣ ਬੰਦਾ ਇਹ ਪੁੱਛਦਾ ਹੈ ਕਿ ਜੀ ਸੱਪ ਨੇ ਜਿਹੜੀ ਛਾਂ ਕੀਤੀ ਸੀ ਗੁਰੂ ਨਾਨਕ ਦੇਵ ਜੀ ਦੇ ਚਿਹਰੇ 'ਤੇ ਧੁੱਪ ਤੋਂ ਬਚਾਉਣ ਲਈ, ਇਹ ਸੱਚ ਹੈ ਕਿ ਝੂਠ ਹੈ? ਇਹ ਸਵਾਲ ਹੀ ਗਲਤ ਹੈ। ਮਿੱਥ ਉੱਪਰ ਇਹ ਸਵਾਲ ਕਰੀਦਾ ਨਹੀਂ। ਮਿੱਥ ਉੱਪਰ ਸਵਾਲ ਇਹ ਕਰੀਦਾ ਹੈ ਕਿ ਜਿਹੜੀ ਦਰਖਤ ਦੀ ਛਾਂ ਆਪਣੇ ਥਾਂ ਤੋਂ ਹਿੱਲੀ ਨਹੀਂ ਸੀ, ਜਿਹੜੀ ਸੱਪ ਨੇ ਛਾਂ ਕੀਤੀ ਸੀ, ਇਹਨਾਂ ਸਾਖੀਆਂ ਦਾ ਮਹੱਤਵ ਕੀ ਹੈ ਭਲਾ? ਇਹਦੇ ਦੇ ਵਿੱਚੋਂ ਨਿਕਲਦਾ ਕੀ ਹੈ ਭਲਾ? ਇਹ ਸੰਕੇਤ ਕੀ ਦਿੰਦੀਆਂ ਨੇ? ਆਪਾਂ ਨੂੰ ਇਹ ਲੱਭਣਾ ਇਹ ਹੁੰਦਾ ਹੈ। ਤੋ ਜਨਮ ਸਾਖੀਆਂ ਕਮਾਲ ਮੈਂ ਸਮਝਦਾ ਇਹ ਕਿ ਜਿਨ੍ਹਾਂ ਵਿਦਵਾਨਾਂ ਨੇ ਜਨਮ ਸਾਖੀਆਂ ਦਾ ਅਨਾਲਿਸਿਸ ਸਾਰਥਕ ਢੰਗ ਨਾਲ ਕਰਨਾ ਸੀ, ਉਹਨਾਂ ਨੇ ਇਹਨਾਂ ਨੂੰ ਇੰਨਾ ਰੱਦ ਕੀਤਾ ਵੀ ਤਾਂ ਅਨਪੜ੍ਹਾਂ ਦੇ ਪੜ੍ਹਨ ਵਾਲੀਆਂ ਨੇ, ਇਹ ਤਾਂ ਕਥਾ ਸੁਣਨ ਵਾਲਿਆਂ ਦੇ ਸੁਣਨ ਵਾਲੀਆਂ ਨੇ, ਵਿਦਵਾਨਾਂ ਦਾ ਇਹਨਾਂ 'ਚ ਕੀ ਕੰਮ। ਮੈਂ ਸਾਰੇ ਗੱਲ ਨਹੀਂ ਕਰਦਾ ਇਸ ਆਪਣੇ ਅੱਜ ਦੇ ਐਪੀਸੋਡ 'ਚ, ਕਿਉਂਕਿ ਮੈਂ ਕਈਆਂ ਥਾਵਾਂ 'ਤੇ ਜ਼ਿਕਰ ਪਹਿਲਾਂ ਕਰ ਵੀ ਚੁੱਕਿਆ ਅਤੇ ਨਾਲੇ ਅੱਜ ਆਪਾਂ ਭਾਈ ਸੰਤੋਖ ਸਿੰਘ ਦੀਆਂ ਗੱਲਾਂ ਕਰ ਰਹੇ ਹਾਂ। ਜਨਮ ਸਾਖੀ ਮੈਂ ਇੱਕ ਐਗਜ਼ਾਮਪਲ ਦੱਸਦਾ ਉਹਦੇ 'ਚ ਤੁਹਾਨੂੰ ਕਿ ਇੱਥੋਂ ਤੱਕ ਵੀ ਅਟੈਕ ਕੀਤੇ ਗਏ ਕਿ ਭਾਈ ਬਾਲਾ ਜੀ ਤਾਂ ਕਦੇ ਹੋਏ ਹੀ ਨਹੀਂ,
ਉਹਨਾਂ ਦੀ ਜਨਮ ਸਾਖੀ ਮਨ ਘੜਤਾ, ਕਿਸੇ ਨੇ ਕਿਸੇ ਦਾ ਨਾਂ ਲੈ ਕੇ ਸਾਖੀ ਘੜ ਦਿੱਤੀ। ਮੇਰਾ ਕੁਐਸਚਨ ਇਹ ਹੁੰਦਾ ਹੈ ਕਿ ਇਹ ਤਾਂ ਮੰਨਦੇ ਹੋ ਤੁਸੀਂ ਕਿ ਭਾਈ ਮਰਦਾਨਾ ਜੀ ਹੋਏ ਨੇ, ਉਹ ਇਤਿਹਾਸਕਾਰ ਕਹਿੰਦੇ ਨੇ ਭਾਈ ਮਰਦਾਨਾ ਜੀ ਬਾਰੇ ਤਾਂ ਕੋਈ ਵਿਵਾਦ ਨਹੀਂ, ਉਹ ਤਾਂ ਹੋਏ। ਮੈਂ ਕਿਹਾ ਭਾਈ ਮਰਦਾਨਾ ਜੀ ਦੀ ਜਨਮ ਸਾਖੀ ਤਾਂ ਹੈ ਨਹੀਂ ਕੋਈ, ਜਿਵੇਂ ਭਾਈ ਬਾਲੇ ਜੀ ਵਾਲੀ ਜਨਮ ਸਾਖੀ ਹੈ। ਭਾਈ ਬਾਲਾ ਜੀ ਹੋਏ ਹੀ ਨਹੀਂ, ਲੇਕਿਨ ਉਹਨਾਂ ਦੇ ਨਾਂ ਦੀ ਜਨਮ ਸਾਖੀ ਪ੍ਰਚਲਿਤ ਹੋ ਗਈ। ਭਾਈ ਮਰਦਾਨਾ ਜੀ ਹੋਏ ਸੀ, ਇਤਿਹਾਸਕ ਫੈਕਟ ਹੈ ਇਹ, ਲੇਕਿਨ ਉਹਨਾਂ ਦੀ ਕੋਈ ਜਨਮ ਸਾਖੀ ਨਹੀਂ ਹੈ। ਤਾਂ ਐਡਾ ਕੁ ਪ੍ਰਮਾਣ ਹੈ ਇਤਿਹਾਸਕਾਰੀ ਦਾ। ਆਪਾਂ ਦੇਖਣਾ ਇਹ ਹੁੰਦਾ ਹੈ ਕਿ ਮੈਂ ਚਾਰੇ ਜਨਮ ਸਾਖੀਆਂ ਦਾ ਪਾਠੀ ਹਾਂ। ਪੁਰਾਤਨ ਜਨਮ ਸਾਖੀ, ਭਾਈ ਮਿਹਰਬਾਨ ਜੀ ਵਾਲੀ ਜਨਮ ਸਾਖੀ, ਭਾਈ ਬਾਲਾ ਜੀ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਜੀ ਵਾਲੀ ਜਨਮ, ਇਹਨਾਂ ਚਾਰੇ ਜਨਮ ਸਾਖੀਆਂ 'ਚੋਂ ਸਭ ਤੋਂ ਵੱਧ ਰੌਚਕ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਹੈ। ਅਤੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਆਪਣੀ ਲਿਖਤ ਦਾ ਆਧਾਰ ਸਾਰੇ ਗ੍ਰੰਥ ਦਾ ਭਾਈ ਬਾਲਾ ਜੀ ਨੂੰ ਬਣਾਇਆ। ਭਾਈ ਬਾਲਾ ਜੀ ਇੱਕ ਬਤੌਰ ਇੱਕ ਨਾਇਕ, ਬਤੌਰ ਇੱਕ ਪਾਤਰ ਇੰਟਰੋਡਿਊਸ ਕੀਤਾ ਇਸ ਗ੍ਰੰਥ 'ਚ। ਭਾਈ ਬਾਲਾ ਜੀ ਤੋਂ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣ ਰਹੇ ਨੇ, ਕਿਉਂਕਿ ਇਹ ਮੰਨਦੇ ਨੇ ਕਿ ਇਹਨਾਂ ਨੂੰ ਸਭ ਤੋਂ ਵੱਧ ਪਤਾ ਹੈ। ਉਹਨਾਂ ਨੂੰ ਸੱਦਾ ਭੇਜਿਆ ਗਿਆ ਗੁਰੂ ਅੰਗਦ ਦੇਵ ਜੀ ਨੂੰ, ਜਦੋਂ ਗੁਰਿਆਈ ਮਿਲੀ, ਕਰਤਾਰਪੁਰ ਮਿਲੀ। ਭਾਈ ਬਾਲਾ ਜੀ ਤਲਵੰਡੀ ਸਨ। ਭਾਈ ਬਾਲਾ ਜੀ ਕੋਲ 2 ਸਿੱਖ ਭੇਜੇ ਸੁਨੇਹਾ ਲੈ ਕੇ ਗੁਰੂ ਅੰਗਦ ਦੇਵ ਜੀ ਦਾ ਕਿ ਤੁਹਾਨੂੰ ਪ੍ਰੇਮ ਨਾਲ ਯਾਦ ਕੀਤਾ ਭਾਈ ਸਾਹਿਬ, ਕੁਛ ਸਮਾਂ ਤੁਸੀਂ ਉਹਨਾਂ ਨਾਲ ਕਰਤਾਰਪੁਰ ਗੁਜ਼ਾਰੋ। ਕੀ ਮੇਰੇ ਤੱਕ ਜ਼ਿੰਮੇਵਾਰੀ ਲਾਈ ਹੈ ਮਹਾਰਾਜ ਨੇ? ਕਹਿੰਦੇ ਜੀ ਤੁਹਾਡੇ ਤੋਂ ਗੁਰੂ ਨਾਨਕ ਦੇਵ ਜੀ ਬਾਬਤ ਇਤਿਹਾਸ ਸੁਣਨਾ ਹੈ। ਉਹ ਇਹ ਸਾਰੇ ਗ੍ਰੰਥ ਦੇ ਵਿੱਚ ਭਾਈ ਬਾਲਾ ਜੀ ਸੁਣਾ ਰਹੇ ਨੇ, ਗੁਰੂ ਅੰਗਦ ਦੇਵ ਜੀ ਸੁਣ ਰਹੇ ਨੇ, ਅਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਮੈਂ ਉਹਨਾਂ ਘਟਨਾਵਾਂ ਨੂੰ ਰਿਕਾਰਡ ਕਰ ਰਿਹਾ। ਇਸ ਗ੍ਰੰਥ ਦੀ ਪਿੱਠ ਭੂਮੀ ਇਹ ਹੈ। ਹੁਣ ਮੈਂ ਜਿਹੜਾ ਸਵਾਲ ਕੀਤਾ ਸੀ ਉਹ ਵਿੱਚ ਹੀ ਰਹਿ ਗਿਆ ਕਿ ਜਿਹੜੀ ਹਿਸਟੋਰੀਓਗ੍ਰਾਫੀ ਦੇ ਆਈਡੀਏ ਨੂੰ ਜਿਹੜਾ ਮਤਲਬ ਇੱਕ ਪੁਰਾਤਨ ਹੈ, ਇੱਕ ਨਵਾਂ ਸਾਡੇ ਕੋਲ ਨਵੀਂ ਇਤਿਹਾਸਕਾਰੀ ਹੋ ਰਹੀ ਹੈ। ਰੈਫਰੈਂਸ ਅਸੀਂ ਇਹਨਾਂ ਗ੍ਰੰਥਾਂ ਦੇ ਲੈਂਦੇ ਰਹੇ ਹਾਂਗੇ, ਜਿਹਨੂੰ ਜੋ ਫਿੱਟ ਬਹਿੰਦਾ ਉਹ ਲੈ ਲੈਂਦਾ, ਜਿਹਨੂੰ ਜੋ ਲੋਚਨਾ ਲੱਗਦੀ ਉਹ ਵੀ ਕਰ ਦਿੰਦਾ। ਤਾਂ ਕੀ ਜਿਹੜਾ ਨਵੀਂ ਅਸੀਂ ਇਤਿਹਾਸਕਾਰੀ ਡਿਵੈਲਪ ਕਰਨੀ ਆ ਉਹਦੇ 'ਚ ਸਹੀ ਸਿੱਧ ਹੋ ਸਕਦੀ? ਨਵੀਂ ਇਤਿਹਾਸਕਾਰ ਤੁਸੀਂ ਮੈਕਲਿਓਡ ਦਾ ਪੜ੍ਹ ਲਓ ਇਤਿਹਾਸ, ਉਹ ਇਸ਼ਾਰੇ ਕਰਦਾ, ਜਦੋਂ ਨੈਗੇਟਿਵ ਨਹੀਂ ਕਰਦਾ, ਉਹ ਇਹ ਦੱਸ ਦਿੰਦਾ ਕਿ ਇਹ ਇਤਿਹਾਸ ਦੇ ਵਿੱਚ ਘਟਨਾ ਸਹੀ ਹੈ, ਇਹ ਸਹੀ ਨਹੀਂ ਲੱਗਦੀ। ਲੇਕਿਨ ਉਹ ਇਹ ਨਹੀਂ ਕਹਿੰਦਾ ਕਿ ਇਸ ਬੇਸਿਸ 'ਤੇ ਆਪਾਂ ਜਨਮ ਸਾਖੀਆਂ ਰੱਦ ਕਰ ਦਈਏ। ਜਨਮ ਸਾਖੀ ਨੂੰ ਬਹੁਤ ਧਿਆਨ ਨਾਲ ਪੜ੍ਹਨ ਵਾਲਾ ਲੇਖਕ ਅਤੇ ਪਾਠਕ ਹੈ ਮੈਕਲਿਓਡ। ਤੋ ਜਨਮ ਸਾਖੀਆਂ ਸਾਡੇ ਜਿੱਥੇ ਕਿਤੇ ਸਹਾਈ ਹੁੰਦੀਆਂ ਨੇ ਹਿਸਟਰੀ 'ਚ, ਉੱਥੇ ਸਾਨੂੰ ਰੱਖ ਲੈਣੀਆਂ ਚਾਹੀਦੀਆਂ ਨੇ। ਜਿੱਥੇ ਸਾਨੂੰ ਇਹ ਲੱਗਦਾ ਕਿ ਸਾਨੂੰ ਰਸਤੇ ਤੋਂ ਭਟਕਾ ਰਹੀਆਂ ਨੇ, ਉੱਥੇ ਇਗਨੋਰ ਕਰ ਦਿਓ। ਮੇਰੇ ਕੋਲ ਇੱਕ ਚਿੱਠੀ ਆਈ ਕਿਸੇ ਪਾਠਕ ਦੀ, ਮੈਂ ਉਦੋਂ ਤਾਜ਼ਾ ਰਾਏ ਬੁਲਾਰ ਖਾਨ ਸਾਹਿਬ 'ਤੇ ਲੇਖ ਲਿਖਿਆ ਸੀ। ਮੇਰੇ ਕੋਲ ਫੋਨ ਆਇਆ, ਜੀ ਮੈਂ ਕੁਛ ਕਮੈਂਟ ਕਰ ਸਕਦਾ ਤੁਹਾਡੇ 'ਤੇ, ਮੈਂ ਮਾਨਸਾ ਤੋਂ ਬੋਲ ਰਿਹਾ, ਮੇਰਾ ਫਲਾਣਾ ਨਾਂ ਹੈ। ਮੈਂ ਕਿਹਾ ਹਾਂ ਜੀ। ਕਹਿੰਦੇ ਮੈਂ ਤੁਹਾਨੂੰ ਲਿਖ ਕੇ ਭੇਜ ਰਿਹਾ ਚਿੱਠੀ 'ਚ, ਜਨਮ ਸਾਖੀਆਂ 'ਚ ਕੁਛ ਇਹੋ ਜਿਹਾ ਹੈ ਜਿਹੜਾ ਮੰਨਣਯੋਗ ਹੈ ਨਹੀਂ। ਮੈਂ ਕਿਹਾ ਭੇਜ ਦਿਓ। ਉਹਨਾਂ ਲੰਮੀ ਚਿੱਠੀ ਲਿਖੀ, ਜਿੰਨੀਆਂ ਗੱਲਾਂ ਉਹਨੂੰ ਚੰਗੀਆਂ ਨਹੀਂ ਲੱਗੀਆਂ, ਜਿਹੜੀਆਂ ਮੰਨਣਯੋਗ ਨਹੀਂ ਸਨ, ਜਿਹੜੀਆਂ ਸ਼ਰਧਾ ਨੂੰ ਠੇਸ ਪਹੁੰਚਾਉਂਦੀਆਂ ਸਨ, ਉਹ ਸਾਰੀਆਂ ਗੱਲਾਂ ਲਿਖ ਦਿੱਤੀਆਂ ਉਹਨੇ। ਮੈਂ ਪੜ੍ਹ ਲਈਆਂ। ਮੈਂ ਚਿੱਠੀ ਦਾ ਜਵਾਬ ਉਹਨੂੰ ਸਿਰਫ ਇੰਨੇ ਦਿੱਤਾ ਕਿ ਮੈਂ ਵੀ ਜਨਮ ਸਾਖੀਆਂ ਦਾ ਪਾਠੀ ਹਾਂ, ਮੈਂ ਵੀ ਇਹ ਸਾਖੀਆਂ ਪੜ੍ਹੀਆਂ ਨੇ, ਮੈਂ ਇਹ ਨਜ਼ਰਅੰਦਾਜ਼ ਕਰ ਦਿੱਤੀਆਂ। ਤੁਸੀਂ ਜ਼ਿਕਰ ਕਰਨ ਵਾਸਤੇ ਚੁਣੀਆਂ ਹੀ ਇਹ ਨੇ। ਇਹ ਫਰਕ ਹੈ ਕਿ ਤੁਸੀਂ ਚੋਣ ਕਿਵੇਂ ਕਰਨੀ ਹੈ, ਤੁਹਾਡੀ ਚੋਇਸ ਅੱਗੇ ਪਾਠਕਾਂ ਲਈ ਲਾਭਦਾਇਕ ਹਿਤਕਾਰੀ ਕਿਵੇਂ ਹੁੰਦੀ ਹੈ। ਅੱਜ ਦੀ ਹਿਸਟੋਰੀਓਗ੍ਰਾਫੀ ਜਿਹੜੀ, ਹਰੀਰਾਮ ਗੁਪਤਾ ਪੜ੍ਹ ਲਓ, ਤੁਸੀਂ ਗੋਕੁਲ ਚੰਦ ਨਾਰੰਗ ਪੜ੍ਹ ਲਓ, ਡਾਕਟਰ ਗੰਡਾ ਸਿੰਘ ਪੜ੍ਹ ਲਓ, ਬੜਾ ਸ਼ਾਨਦਾਰ ਕੰਮ ਕੀਤਾ, ਤੱਥਾਂ 'ਤੇ ਆਧਾਰਿਤ ਕੰਮ ਕੀਤਾ। ਲੇਕਿਨ ਜਿਨ੍ਹਾਂ ਨੇ ਮਿੱਥ ਅਤੇ ਮਿਰਾਕਲ 'ਤੇ ਕੰਮ ਕੀਤਾ ਹੈ, ਉਹ ਨਜ਼ਰਅੰਦਾਜ਼ ਕਰਨ ਯੋਗ ਜਾਂ ਰੱਦ ਕਰਨ ਯੋਗ ਨਹੀਂ ਹਨ। ਮੇਰਾ ਤਾਂ ਦਾਅਵਾ ਇਹ ਇੰਨਾ ਕੁ ਹੈ। ਜਿੱਥੇ ਕਿਤੇ ਤੁਹਾਨੂੰ ਮਸਲਨ 2 ਵਾਕ ਨੇ, ਆਪਾਂ ਨੂੰ ਇਸ਼ਾਰਾ ਪਤਾ ਲੱਗ ਜੂਗਾ ਸਾਖੀਕਾਰ ਦਾ ਵੀ ਉਹਦਾ ਮਨੋਰਥ ਇਹ ਲਿਖਣ ਦਾ ਕੀ ਹੈ। ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਨੇ, ਮਹਾਰਾਜ ਥੱਕ ਵੀ ਗਿਆ ਅਤੇ ਭੁੱਖ ਵੀ ਲੱਗੀ ਹੈ, ਖਾਣ ਨੂੰ ਕੁਛ ਮਿਲੇਗਾ? ਮਹਾਰਾਜ ਕਹਿੰਦੇ ਦਰਖਤ 'ਤੇ ਮਠਿਆਈਆਂ ਲਟਕ ਰਹੀਆਂ ਨੇ, ਤੋੜ ਲਓ ਅਤੇ ਖਾ ਲਓ। ਭਾਈ ਮਰਦਾਨਾ ਜੀ ਕਹਿੰਦੇ ਲਟਕ ਰਹੀਆਂ ਨੇ ਮਹਾਰਾਜ, ਸਾਨੂੰ ਉਹ ਨਜ਼ਰ ਵੀ ਤਾਂ ਮਿਲੇ ਜਿਹੜੀ ਤੁਹਾਡੇ ਕੋਲ ਹੈ, ਸਾਨੂੰ ਵੀ ਤਾਂ ਦਿਸਣ ਜਿਵੇਂ ਤੁਹਾਨੂੰ ਦਿਸ ਰਹੀਆਂ ਨੇ। ਮੈਂ ਇਤਿਹਾਸ ਦੀ ਕਿਤਾਬ ਤੋਂ ਵੱਧ ਮਹੱਤਵਪੂਰਨ ਸਮਝਦਾ ਇਸ ਸੰਵਾਦ ਨੂੰ। ਇਸ ਸੰਵਾਦ 'ਚੋਂ ਪਤਾ ਲੱਗਦਾ ਹੈ ਕਿ ਬੰਦਗੀ ਕੀ ਹੁੰਦੀ ਹੈ, ਸ਼ਰਧਾ ਕੀ ਹੁੰਦੀ ਹੈ, ਗੁਰੂ ਪ੍ਰਤੀ ਸਤਿਕਾਰ ਕੀ ਹੁੰਦਾ ਹੈ। ਬੜੀਆਂ ਐਗਜ਼ਾਮਪਲਾਂ ਨੇ ਇਹੋ ਜਿਹੀਆਂ। ਸੂਰਜ ਪ੍ਰਕਾਸ਼ ਦਾ ਜਿਹੜਾ ਛੰਦ ਪ੍ਰਬੰਧ ਹੈਗਾ, ਉਹਦੇ ਬਾਰੇ ਕੁਝ ਦੱਸੋਗੇ? ਨਹੀਂ, ਮੈਂ ਛੰਦ ਪ੍ਰਬੰਧ ਦਾ ਮਾਹਿਰ ਨਹੀਂ ਹਾਂ। ਮੈਂ ਫਿਲਾਸਫੀ ਦਾ ਮਾਹਿਰ ਹਾਂ, ਧਰਮ ਸ਼ਾਸਤਰ ਦਾ ਮੈਂ ਵਿਦਿਆਰਥੀ ਹਾਂ। ਛੰਦ ਪ੍ਰਬੰਧ ਪੂਰਾ ਇੱਕ ਭਾਈ ਵੀਰ ਸਿੰਘ ਜੀ ਨੇ ਛੰਦ ਪ੍ਰਬੰਧ 'ਤੇ ਪਹਿਲਾ ਵਾਲੀਅਮ ਰਚਿਆ ਜਿਹੜਾ, ਉਹਦੇ 'ਚ ਸੂਰਜ ਪ੍ਰਕਾਸ਼ ਨਹੀਂ ਹੈ। ਭਾਈ ਸੰਤੋਖ ਸਿੰਘ ਜੀ ਦੇ ਛੰਦ ਪ੍ਰਬੰਧ 'ਤੇ ਹੀ ਹੈ ਪਹਿਲਾ ਵਾਲੀਅਮ। ਉਹ ਪਾਠਕ ਪੜ੍ਹ ਲੈਣ ਉੱਥੋਂ।
ਇੱਕ ਇਹ ਕਾਫੀ ਲੋਕਾਂ ਦਾ ਵੀ ਰਹਿੰਦਾ ਹੈਗਾ ਕਿ ਜੀ ਗ੍ਰੰਥਾਂ 'ਚ ਬਹੁਤ ਸਾਰੇ ਗ੍ਰੰਥਾਂ 'ਚ ਕਿਹਾ ਜਾਂਦਾ ਰਲੇਵਾਂ ਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਬਾਕੀ ਗ੍ਰੰਥਾਂ ਬਾਰੇ ਬਹੁਤ ਸਾਰਿਆਂ ਬਾਰੇ ਜੀ ਸੂਰਜ ਪ੍ਰਕਾਸ਼ ਦਾ ਵੀ ਜ਼ਿਕਰ ਕੀਤਾ ਜਾਂਦਾ ਕਿ ਰਲੇਵਾਂ ਗਾ। ਤੁਹਾਨੂੰ ਕੀ ਲੱਗਦਾ ਗਾ? ਜਿੱਥੋਂ ਤੱਕ ਤਾਂ ਰਲੇਵੇਂ ਦਾ ਦੋਸ਼ ਹੈ, ਇਹ ਤਾਂ ਬਹੁਤ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਤੇ ਲਾਉਣੋਂ ਨਹੀਂ ਹਟਦੇ। ਉਹ ਕਹਿੰਦੇ ਨੇ ਭਗਤਾਂ ਦੀ ਬਾਣੀ ਸ਼ੁਰੂ 'ਚ ਹੁੰਦੀ ਨਹੀਂ ਸੀ, ਭਗਤਾਂ ਦੀ ਬਾਣੀ ਹਟਾ ਦੇਣੀ ਚਾਹੀਦੀ ਹੈ। ਤੇਜਾ ਸਿੰਘ ਭਸੌੜ ਇੱਕ ਸਕੂਲ ਹੈ ਥਾਟ ਦਾ, ਹੁਣ ਤੱਕ ਚੱਲ ਰਿਹਾ। ਉਹ ਭਸੌੜੀਏ ਸਿੱਖ ਕਹਿੰਦੇ ਨੇ ਉਹਨਾਂ ਨੂੰ। ਉਹ ਭਗਤਾਂ ਦੀ ਬਾਣੀ ਦੇ ਖਿਲਾਫ ਸਨ ਅਤੇ ਇਸ ਕਰਕੇ ਉਹ ਫਿਰ ਮੰਨਦੇ ਨਹੀਂ ਵੀ ਇਹ ਗੁਰੂ ਨੇ ਵਿੱਚ ਜੋੜੀ ਹੈ, ਇਸ ਕਰਕੇ ਕਹਿੰਦੇ ਨੇ ਹਟਾ ਦਿਓ। ਉਹਨਾਂ ਦੇ ਹਟਾਉਣ ਦੇ ਤਰਕ ਦੇਖੋ ਕਿਹੋ ਜਿਹੇ ਨੇ। ਕਹਿੰਦੇ ਜੀ ਸਿੱਖ ਭਗਤਾਂ ਦੀ ਬਾਬਿਆਂ ਦੀ ਬਾਣੀ ਸ਼ਾਮਲ ਕਰਕੇ ਆਪਣੇ ਆਪ ਨੂੰ ਗੁਰਦੁਆਰਿਆਂ 'ਚ ਗਾਲਾਂ ਖਵਾਈ ਜਾਂਦੇ ਨੇ। ਉਦਾਹਰਨ ਦਿੰਦੇ ਨੇ ਉਹ ਕਿ ਬਾਬਾ ਫਰੀਦ ਦਾ ਸ਼ਲੋਕ ਹੈ, ਫਰੀਦਾ ਬੇਨਮਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਕਬਹੂ ਚੱਲ ਨਾ ਆਇਓ ਪੰਜੇ ਵਕਤ ਮਸੀਤ। ਤੋ ਸਿੱਖ ਜਾਨਵਰ ਨੇ। ਬਾਬਾ ਫਰੀਦ ਜੀ ਤਾਂ ਗਾਲਾਂ ਦਿੰਦੇ ਨੇ ਉਹਨਾਂ ਨੂੰ ਜਿਹੜੇ ਮਸੀਤ 'ਚ ਨਹੀਂ ਜਾਂਦੇ ਅਤੇ ਨਮਾਜ਼ ਨਹੀਂ ਪੜ੍ਹਦੇ। ਹੁਣ ਉਹਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੈ ਭਸੌੜੀਆਂ ਨੂੰ। ਮੈਂ ਈਰਾਨ 'ਚ ਜਾਂਦਾ ਰਹਿਣਾ, ਮੈਨੂੰ ਈਰਾਨ 'ਚ ਸ਼ੁਰੂ 'ਚ ਤਾਂ ਮੈਨੂੰ ਅਜੀਬ ਜਿਹਾ ਲੱਗਦਾ ਸਵਾਲ ਇਹ। ਫਿਰ ਮੈਨੂੰ ਪਤਾ ਲੱਗ ਗਿਆ। ਮੈਨੂੰ ਇਹ ਪੁੱਛਿਆ ਜਾਂਦਾ ਜੀ ਤੁਸੀਂ ਨਮਾਜ਼ ਪੜ੍ਹਦੇ ਹੁੰਦੇ ਹੋ? ਮੇਰਾ ਉੱਤਰ ਪਹਿਲਾਂ ਤਾਂ ਮੈਂ ਚੁੱਪ ਕਰ ਜਾਂਦਾ, ਫਿਰ ਮੇਰਾ ਉੱਤਰ ਮੈਂ ਇਹ ਦੇਣ ਲੱਗ ਗਿਆ ਕਿ ਪੜ੍ਹਦਾ ਹੁੰਦਾ। ਦਿਨ 'ਚ ਤੁਹਾਡੀਆਂ ਕਿੰਨੀਆਂ ਨਮਾਜ਼ਾਂ ਹੁੰਦੀਆਂ ਨੇ? ਮੈਂ ਕਿਹਾ ਜੀ 5 ਨਮਾਜ਼ਾਂ ਨੇ ਸਾਡੀਆਂ ਵੀ। ਦਿਨ 'ਚ 5 ਵਾਰੀ ਪੜ੍ਹਦੇ ਹੋ ਤੁਸੀਂ? ਮੈਂ ਕਿਹਾ ਨਹੀਂ ਜੀ, 3 ਸਵੇਰੇ ਪੜ੍ਹ ਲੈਣਾ, 2 ਸ਼ਾਮ ਨੂੰ ਪੜ੍ਹ ਲੈਣਾ। ਜੇ ਤੁਸੀਂ ਉਹਨਾਂ ਨੂੰ ਤਹਿਰਾਨ ਰਾਜਧਾਨੀ ਹੈ ਈਰਾਨ ਦੀ, ਉੱਥੇ ਬਹੁਤ ਵੱਡਾ ਸ਼ਾਨਦਾਰ ਇਤਿਹਾਸਕ ਗੁਰਦੁਆਰਾ ਹੈ ਜਿੱਥੇ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ 2 ਦਿਨ ਰਹੇ ਸਨ। ਤੁਸੀਂ ਈਰਾਨੀਆਂ ਨੂੰ ਪੁੱਛੋ ਜੀ ਗੁਰਦੁਆਰਾ ਕਿਸ ਪਾਸੇ, ਮੈਨੂੰ ਰਸਤਾ ਦੱਸੋਗੇ? ਉਹ ਕਹਿੰਦੇ ਨੇ ਸਾਨੂੰ ਤਾਂ ਪਤਾ ਨਹੀਂ। ਜੇ ਪੁੱਛੋ ਸਿੱਖਾਂ ਦੀ ਮਸਜਿਦ 'ਚ ਜਾਣਾ ਅਸੀਂ, ਫਿਰ ਆਪ ਛੱਡ ਜਾਂਦੇ ਨੇ। ਇਹ ਟਰਮੀਨੋਲੋਜੀ ਹੈ ਵੱਖਰੀ ਹੈ। ਜਿਹੜੀਆਂ 5 ਨਮਾਜ਼ਾਂ ਨੇ ਉਹ ਨਿਤਨੇਮ ਹੈ ਸਿੱਖਾਂ ਦਾ। ਜੇ ਆਪਾਂ ਟਰਾਂਸਲੇਸ਼ਨ ਕਰਨੀ ਹੋਵੇ ਨਾ ਸ਼ਰ੍ਹਾ ਦੀ, ਸ਼ਰ੍ਹਾ ਨੂੰ ਪੰਜਾਬੀ 'ਚ ਕੀ ਕਹਾਂਗੇ? ਨਿਤਨੇਮ। ਵੈਦਿਕ ਮਤ ਦੇ ਵਿੱਚ ਆਖਾਂਗੇ ਕਰਮਕਾਂਡ। ਸਿੱਖਾਂ ਨੂੰ ਬੜੀ ਐਲਰਜੀ ਹੈ ਕਰਮਕਾਂਡ ਸ਼ਬਦ ਤੋਂ। ਉਹਨਾਂ ਨੂੰ ਲੱਗਦਾ ਕਰਮਕਾਂਡ ਕਿਸੇ ਪਖੰਡ ਦਾ ਨਾਂ ਹੈ। ਉਹ ਕਰਮਕਾਂਡ ਰਹਿਤ ਮਰਿਆਦਾ ਹੈ ਵੈਦਿਕ ਮਤ ਦੀ ਅਤੇ ਸਤਿਕਾਰਯੋਗ। ਤੁਹਾਨੂੰ ਨਹੀਂ ਚੰਗੀ ਲੱਗਦੀ, ਤੁਹਾਡੇ ਮਤ ਨਾਲ ਮੇਲ ਨਹੀਂ ਖਾਧੀ, ਖਾਂਦੀ ਵੱਖਰੀ ਗੱਲ ਹੈ, ਲੇਕਿਨ ਰਹਿਤ ਮਰਿਆਦਾ ਨੂੰ ਕਰਮਕਾਂਡ ਆਖਿਆ ਜਾਂਦਾ ਵੈਦਿਕ ਮਤ 'ਚ ਅਤੇ ਸ਼ਰ੍ਹਾ ਆਖਿਆ ਜਾਂਦਾ ਇਸਲਾਮ 'ਚ। ਇਹ ਸ਼ਬਦਾਂ ਦਾ ਫਰਕ ਹੈ, ਹੋਰ ਕੁਛ ਨਹੀਂ। ਰਹੀ ਗੱਲ ਮਿਲਾਵਟ ਦੀ, ਮਿਲਾਵਟ ਬਾਬਤ 10ਮ ਗ੍ਰੰਥ 'ਤੇ ਵੀ ਲੱਗਦੇ ਨੇ ਦੋਸ਼, ਫਿਰ ਸੂਰਜ ਪ੍ਰਕਾਸ਼ 'ਤੇ ਵੀ ਲੱਗਦੇ ਨੇ। ਸੂਰਜ ਪ੍ਰਕਾਸ਼ 'ਤੇ ਇਸ ਕਰਕੇ ਆਪਾਂ ਸ਼ੰਕਿਆਂ ਤੋਂ ਨਿਵਰਤ ਹੋ ਗਏ ਕਿਉਂਕਿ ਜਿਹੜਾ ਮਾਡਰਨ ਰੂਪ ਦਿੱਤਾ ਗਿਆ ਉਹ ਦੇਣ ਵਾਲਾ ਭਾਈ ਵੀਰ ਸਿੰਘ ਸੀ, ਜਿਹੜਾ ਕਿ ਕੋਈ ਛੋਟਾ ਮੋਟਾ ਵਿਦਵਾਨ ਨਹੀਂ। ਭਾਈ ਵੀਰ ਸਿੰਘ ਵੀ ਇਤਿਹਾਸਕਾਰ ਨਹੀਂ ਹਨ, ਉਹ ਵੀ ਧਰਮ ਸ਼ਾਸਤਰੀ ਨੇ। ਉਹ ਵੀ ਆਪਣਾ ਬ੍ਰਿਤਾਂਤ ਹੈ ਜਿਹੜਾ ਉਹ ਧਰਮ ਸ਼ਾਸਤਰ ਦੇ ਰਾਹੀਂ ਐਕਸਪਲੇਨ ਕਰਦੇ ਨੇ। ਜਿਹੜੇ ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ, ਅਸ਼ਟਗੁਰੂ ਚਮਤਕਾਰ ਗ੍ਰੰਥ ਨੇ ਉਹ ਨਿਰੇ ਇਤਿਹਾਸਕ ਗ੍ਰੰਥ ਨਹੀਂ ਹਨ, ਐਸੇ ਤਰਜ਼ ਦੇ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਰਗੇ। ਤੋ ਇਸ ਕਰਕੇ ਭਾਈ ਵੀਰ ਸਿੰਘ ਦੀਆਂ ਨਜ਼ਰਾਂ ਵਿੱਚੋਂ ਲੰਘਿਆ। ਭਾਈ ਵੀਰ ਸਿੰਘ ਨੇ ਲਿਖਿਆ, ਪ੍ਰੂਫ ਰੀਡਿੰਗ ਕੀਤੀ, ਪਬਲਿਸ਼ ਕੀਤਾ। ਇਸ ਕਰਕੇ ਹੁਣ ਜਿਹੜਾ ਸਾਡੇ ਹੱਥਾਂ 'ਚ ਹੈ ਉਹ ਸ਼ੁੱਧ ਖਰਾ ਗ੍ਰੰਥ ਹੈ ਗੁਰਪ੍ਰਤਾਪ ਸੂਰਜ ਗ੍ਰੰਥ। ਅਤੇ ਤੁਹਾਡਾ ਇੱਕ ਸਵਾਲ ਇਹ ਦਰਸ਼ਕਾਂ ਦਾ, ਪਾਠਕਾਂ ਦਾ ਹੋਣਾ ਸੰਭਵ ਹੈ ਕਿ ਹੁਣ ਨਵੇਂ ਸਿਰੇ ਤੋਂ ਇਹਦੇ ਅਰਥ ਕਰਨ ਦੀ ਕੀ ਲੋੜ ਪੈਗੀ? ਇਹਦੇ ਮੈਂ ਆਉਣਾ ਸੀ, ਪਰ ਪਹਿਲਾਂ ਮੈਂ ਬਾਅਦ 'ਚੋਂ ਇੱਕ ਹੋਰ ਸਵਾਲ ਕਰਨਾ ਤੁਹਾਨੂੰ। ਭਾਈ ਵੀਰ ਸਿੰਘ ਦੇ ਕੀਤੇ ਇਹ ਅਰਥ ਵੀ 100 ਸਾਲ ਪੁਰਾਣੇ ਹੋ ਗਏ, 1 ਸਦੀ ਲੰਘ ਗਈ। ਉਹਨਾਂ ਦਾ ਈਡੀਅਮ ਵੀ ਹੁਣ ਪੁਰਾਣਾ ਲੱਗਣ ਲੱਗ ਗਿਆ। ਜਿਵੇਂ ਔਖਾ ਭਾਈ ਸੰਤੋਖ ਸਿੰਘ ਜੀ ਲੱਗਦੇ ਨੇ, ਭਾਈ ਵੀਰ ਸਿੰਘ ਜੀ ਦੀ ਲਿਖਤ ਅਤੇ ਬਿਆਨੀਆਂ ਉਹ ਪਾਠਕਾਂ ਨੂੰ ਔਖਾ ਲੱਗਣ ਲੱਗ ਗਿਆ ਕਿਉਂਕਿ 100 ਸਾਲ ਪੁਰਾਣਾ ਹੋ ਗਿਆ। ਮੈਂ ਬਹੁਤਾ ਕੁਛ ਨਹੀਂ ਕਰ ਰਿਹਾ ਇਹਦੇ 'ਚ। ਇੱਕ ਤਾਂ ਕਿਤੇ ਨਾ ਕਿਤੇ ਜਿੱਥੇ ਪ੍ਰੂਫ ਰੀਡਿੰਗ ਦੀਆਂ ਉਕਾਈਆਂ ਮੈਨੂੰ ਦਿਸੀਆਂ, ਕਿਤੇ ਕਿਤੇ ਅਰਥ ਕਰਨ, ਕਿਸੇ ਪੰਕਤੀ ਦੇ ਅਰਥ ਕਰਨ ਨੂੰ ਰਹਿ ਗਏ, ਕੀਤੇ ਹੋਣਗੇ ਭਾਈ ਵੀਰ ਸਿੰਘ ਨੇ ਛਾਪੇ ਵੇਲੇ, ਕਿਤੇ ਰਹਿ ਗਏ ਪਿੱਛੇ। ਤੋ ਉਹ ਦੂਸਰੀ ਗੱਲ, ਆਧੁਨਿਕ ਜਿਹੀ ਜੀ ਬੋਲੀ ਆਪਾਂ ਅੱਜ ਬੋਲਦੇ ਹਾਂ ਉਹਦੇ 'ਚ ਅਰਥ ਹੋਣ। ਮੇਰਾ ਸੁਪਨਾ ਸੀ ਕਿ ਚੰਗੇ ਅਰਥ ਹੋਣ ਤਾਂ ਕਿ ਵੱਧ ਤੋਂ ਵੱਧ ਪਾਠਕ ਪੜ੍ਹਨ। 100 ਸਾਲ ਬਾਅਦ ਇਹ ਅਰਥ ਵੀ ਪੁਰਾਣੇ ਹੋ ਜਾਣਗੇ। ਤੋ ਹਰ ਸਦੀ ਸਾਖੀਆਂ ਨੂੰ ਅਤੇ ਧਰਮ ਗ੍ਰੰਥਾਂ ਨੂੰ ਵਿਆਖਿਆ ਕਰਨ ਵਾਸਤੇ ਪ੍ਰੇਰਨਾ ਦੇਵੇਗੀ। ਜੇ ਤੁਸੀਂ ਨਵੀਂ ਵਿਆਖਿਆ ਨਾ ਕਰੋਗੇ ਫਿਰ ਉਹ ਠੰਡੇ ਹੋ ਜਾਣਗੇ, ਫਿਰ ਉਹ ਆਖਿਆ ਜਾਂਦਾ ਕਾਠ ਮਾਰ ਜਾਣਗੇ, ਉਹਨਾਂ 'ਚ ਚੇਤਨਤਾ ਨਹੀਂ ਰਹੇਗੀ। ਚੇਤਨਤਾ ਕਾਇਮ ਰਹੇ, ਇਸ ਕਰਕੇ ਵਿਆਖਿਆ ਨਿਰੰਤਰ ਨਵੀਂ ਤੋਂ ਨਵੀਂ ਹਰ ਸਦੀ 'ਚ ਹੋਣੀ ਨਿਹਾਇਤ ਜ਼ਰੂਰੀ ਹੈ। ਅੱਛਾ, ਇੱਕ ਗੱਲ ਕਹੀ ਜਾਂਦੀ ਹੈ ਵੇਦਾਂ ਅਤੇ ਵਿਦਾਂਤ ਦੇ ਅਸਰ ਨੂੰ ਲੈ ਕੇ ਕਿ ਕਿੰਨਾ ਅਸਰ ਆ ਵੇਦਾਂ ਅਤੇ ਵਿਦਾਂਤ ਦਾ ਅਸਰ ਹੈਗਾ
ਕਈ ਗ੍ਰੰਥਾਂ ਤੇ ਕਿਹਾ ਜਾਂਦਾ ਜੀ ਸੂਰਜ ਪ੍ਰਕਾਸ਼ ਹੈਗਾ, ਸੂਰਜ ਪ੍ਰਕਾਸ਼ ਤੇ ਅਸਰ ਹੈਗਾ, ਲੇਕਿਨ ਵਿਦਾਂਤ ਦਾ ਅਸਰ ਹੋਣਾ ਕੋਈ ਗਾਲ ਤਾਂ ਹੈ ਨਹੀਂ। ਵਿਦਾਂਤ ਸ਼ੁੱਧ ਫਲਸਫਾ ਹਿੰਦੂ ਮਤ ਦਾ, ਤੇ ਜਦੋਂ ਆਪਾਂ ਵਿਦਾਂਤ ਦੀਆਂ ਮਿੱਥਾਂ ਦਾ ਜ਼ਿਕਰ ਕਰਦੇ ਹਾਂ, ਉਹਨਾਂ ਦਾ ਤਿਰਸਕਾਰ ਤਾਂ ਗੁਰੂ ਗ੍ਰੰਥ ਦੇ ਵਿੱਚ ਵੀ ਨਹੀਂ ਕੀਤਾ ਗਿਆ। ਤੁਸੀਂ ਜਪਜੀ ਸਾਹਿਬ ਦੇਖ ਲਓ, ਨਿਤਨੇਮ ਦੀ ਬਾਣੀ ਹੈ, ਉਹਦੇ ਵਿੱਚ ਪੰਕਤੀ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਇੱਕ ਕੋਈ ਤਾਕਤ ਸੀ ਜਿਹਦੇ ਵਿੱਚੋਂ ਤਿੰਨ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਪੈਦਾ ਹੋਏ। ਤਾਂ ਇਹ ਵਿਆਖਿਆ ਗੁਰੂ ਨਾਨਕ ਦੇਵ ਜੀ ਵਿਦਾਂਤ ਦੀ ਕਰ ਰਹੇ ਨੇ ਤਾਂ ਕੋਈ ਮਾੜਾ ਨਹੀਂ ਲੱਗਦਾ ਸਿੱਖਾਂ ਨੂੰ। ਗੁਰੂ ਗ੍ਰੰਥ ਦੇ ਵਿੱਚ ਰਮਾਇਣ, ਮਹਾਭਾਰਤ, ਵੇਦ, ਕਤੇਬ ਸਾਰਿਆਂ ਦਾ ਜ਼ਿਕਰ ਹੈ, ਸਤਿਕਾਰ ਨਾਲ ਜ਼ਿਕਰ ਹੈ। ਕਿਤੇ ਕਿਤੇ ਪੁਜਾਰੀ ਵਰਗ ਦਾ ਖੰਡਨ ਕੀਤਾ ਮਿਲਦਾ ਆਪਾਂ ਨੂੰ, ਲੇਕਿਨ ਜਦੋਂ ਗੁਰੂ ਨਾਨਕ ਦੇਵ ਜੀ ਪੰਜ ਨਮਾਜ਼ਾਂ ਦੀ ਵਿਆਖਿਆ ਕਰਦੇ ਨੇ ਜਾਂ ਗੁਰੂ ਨਾਨਕ ਦੇਵ ਜੀ ਜਨੇਊ ਪਹਿਨਣ ਤੋਂ ਇਨਕਾਰ ਕਰਦੇ ਨੇ, ਉਹ ਇਹ ਨਹੀਂ ਕਹਿੰਦੇ ਕਿ ਜਨੇਊ ਪਹਿਨਣਾ ਮਾੜਾ ਹੈ। ਉਹ ਕਹਿੰਦੇ ਨੇ ਕਿ ਜਨੇਊ ਦੇ ਪਿੱਛੇ ਜਿਹੜੀ ਭਾਵਨਾ ਸੀ, ਦਇਆ, ਕਪਾਹ, ਸੰਤੋਖ, ਸੂਤ, ਜਤ, ਗੰਢੀ, ਸੱਤ, ਵੱਟ, ਇਹ ਤਾਂ ਤੁਹਾਡੇ 'ਚ ਰਹੀ ਨਹੀਂ। ਇੱਕ ਧਾਗਾ ਪਹਿਨ ਕੇ ਕੀ ਕਰਾਂਗੇ? ਤਾਂ ਮੇਰਾ ਕਹਿਣ ਦਾ ਮਤਲਬ ਇਹ ਕਿ ਵਿਦਾਂਤ ਖਰਾ ਫਲਸਫਾ ਹੈ, ਗੁਰਮਤ ਨਾਲ ਇਹਦਾ ਅੱਛਾ ਮੇਲ ਹੈ। ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸੰਸਾਰ 'ਚ 8 ਧਰਮ ਮੇਜਰ ਨੇ, 4 ਬਾਹਰ ਦੇ ਨੇ, 4 ਹਿੰਦੁਸਤਾਨ ਦੇ ਨੇ। ਬਾਹਰ ਦੇ ਨੇ ਜਿਹੜੇ ਯਹੂਦੀ ਮਤ, ਇਸਲਾਮ, ਈਸਾਈ ਮਤ, ਪਾਰਸੀ ਮਤ ਵੀ ਬਾਹਰੋਂ ਹੀ ਆਇਆ। 4 ਹਿੰਦੁਸਤਾਨੀ ਧਰਮ ਨੇ। ਹਿੰਦੁਸਤਾਨੀ ਤਾਂ 4 ਧਰਮ ਨੇ ਜਿਹੜੇ, ਉਹਨਾਂ ਦੇ ਵੀ 2 ਵਰਗ ਨੇ, ਇੱਕ ਈਸ਼ਵਰਵਾਦੀ ਧਰਮ ਨੇ, ਇੱਕ ਅਨੀਸ਼ਵਰਵਾਦੀ ਧਰਮ ਨੇ। ਇੱਕ ਰੱਬ ਨੂੰ ਮੰਨਦੇ ਨੇ, ਇੱਕ ਰੱਬ ਨੂੰ ਨਹੀਂ ਮੰਨਦੇ। ਜੈਨ ਮਤ ਤੇ ਬੌਧ ਮਤ ਈਸ਼ਵਰ ਦੀ ਹੋਂਦ ਤੋਂ ਇਨਕਾਰੀ ਨੇ। ਇੱਕ ਇਹ ਸ਼੍ਰੇਣੀ, ਇਹਨਾਂ ਨੂੰ ਸ਼੍ਰਮਣ ਮਤ ਕਹਿੰਦੇ ਆ। ਦੂਸਰੇ ਬ੍ਰਾਹਮਣ ਮਤ ਨੇ, ਉਹ ਗੁਰਮਤ ਹੈ ਤੇ ਹਿੰਦੂ ਮਤ ਹੈ। ਬ੍ਰਾਹਮਣ ਮਤ ਦਾ ਮਤਲਬ ਬ੍ਰਾਹਮਣਾਂ ਦਾ ਨਹੀਂ, ਜੋ ਬ੍ਰਹਮ ਦੇ ਉਪਾਸ਼ਕ ਨੇ, ਜੋ ਇੱਕ ਈਸ਼ਵਰ ਦੇ ਉਪਾਸ਼ਕ ਨੇ। ਤਾਂ ਇਸ ਸੂਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੀ 2 ਸ਼੍ਰੇਣੀਆਂ ਦੇ ਵਿੱਚੋਂ ਇੱਕ ਸ਼੍ਰੇਣੀ ਗੁਰਮਤ ਦੀ ਬ੍ਰਾਹਮਣ ਮਤ ਨਾਲ ਮਿਲਦੀ ਹੈ। ਤਾਂ ਉਸ ਸੂਰਤ ਦੇ ਵਿੱਚ ਇਸ ਮਤ ਦਾ ਤਿਰਸਕਾਰ ਕਰਨਾ, ਇਸ ਮਤ ਦੀ ਨੁਕਤਾਚੀਨੀ ਕਰਨੀ, ਉਹ ਵਾਜਬ ਨਹੀਂ ਮੈਨੂੰ ਲੱਗੀ ਕਦੀ। ਤੇ ਇਸ ਤਰ੍ਹਾਂ ਦੀਆਂ ਨੁਕਤਾਚੀਨੀਆਂ ਤਾਂ ਆਪਾਂ ਸਿੱਖ ਪੁਜਾਰੀਆਂ ਦੇ ਵਿੱਚ ਵੀ ਦੇਖਾਂਗੇ, ਨੁਕਸ ਉਹਨਾਂ 'ਚੋਂ ਕੱਢੀ ਜਾਵਾਂਗੇ। ਅੱਛਾ, ਕੀ ਐ ਹੋਇਆ ਜਿਹੜੇ ਪਹਿਲਾਂ ਜਿਵੇਂ ਤੁਸੀਂ ਦੱਸ ਰਹੇ ਹੋਗੇ, ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਹੀ ਇੱਕ ਹੋਲਿਸਟਿਕ ਅੰਡਰਸਟੈਂਡਿੰਗ ਸੀਗੀ, ਹੌਲੀ ਹੌਲੀ ਉਹ ਇੰਨੀ ਸਿਨਿਕਲ ਹੋ ਗਈ ਕਿ ਬਹੁਤ ਹੀ ਨਵੀਂ ਤਰ੍ਹਾਂ ਦੀਆਂ ਫਾਲਟ ਲਾਈਨਾਂ ਪੈਦਾ ਹੋ ਗਈਆਂ। ਇਹਦਾ ਕਾਰਨ ਤੁਸੀਂ ਕੀ ਮੰਨਦੇ ਹੋ? ਜਦੋਂ ਸਿੱਖੇ ਸ਼ਬਦਾਂ ਨੂੰ, ਜਿਹਦਾ ਤੁਸੀਂ ਨਾਂ ਲੈਂਦੇ ਹੋ ਕਿ ਬ੍ਰਾਹਮਣ ਦਾ ਮਤਲਬ ਉੱਥੇ ਬ੍ਰਹਮ ਆ ਗਿਆ, ਪਰ ਹੁਣ ਉਸ ਗੱਲ ਨੂੰ ਪੂਰੀ ਨੂੰ ਬ੍ਰਾਹਮਣਵਾਦ 'ਚ ਬੰਨ੍ਹ ਕੇ, ਜਾਂ ਹੋਰ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦਾ ਤੁਹਾਨੂੰ ਪਤਾ ਹੀ ਹੈਗਾ ਕਿ ਆਪਾਂ ਜਦੋਂ ਇੱਕ ਪੋਲੀਟਿਕਸ ਨੇ ਪਿਛਲੇ ਦੌਰ ਦੀ ਨੇ, ਮੈਂ 60s ਤੋਂ ਬਾਅਦ ਦੀ ਕਹਾਂ, ਉਹਨੇ ਨਵੇਂ ਤਰ੍ਹਾਂ ਦੀ ਇੱਕ ਨਵੀਂ ਵਿਆਖਿਆ ਖੜੀ ਕਰਤੀ ਚੀਜ਼ਾਂ ਦੀ। ਦੇਖੋ, ਨਵੀਂ ਵਿਆਖਿਆ ਕਰਨੀ ਤਾਂ ਕੋਈ ਦੋਸ਼ ਨਹੀਂ ਹੈ, ਲੇਕਿਨ ਪੁਰਾਣੀ ਵਿਆਖਿਆ ਜਿਹੜੀ ਉਹਨੂੰ ਨਫ਼ਰਤ ਕਰਨੀ, ਇਹ ਮੈਂ ਦੋਸ਼ ਸਮਝਦਾ। ਮੈਂ ਉਹੀ ਗੱਲ ਕਹਿ ਰਿਹਾ, ਉਹ ਫਾਲਟ ਲਾਈਨਾਂ ਤਿੱਖੀਆਂ ਹੋਈਆਂ। ਮੈਂ ਮਤਲਬ ਹਿੰਦੂਆਂ ਤੇ ਸਿੱਖਾਂ ਜਾਂ ਸਿੱਖਾਂ ਤੇ ਬ੍ਰਾਹਮਣਾਂ 'ਚ ਕੋਈ ਨਫ਼ਰਤ ਵਾਲਾ ਰਿਸ਼ਤਾ ਤਾਂ ਨਹੀਂ ਸੀਗਾ, ਨਫ਼ਰਤ ਵਾਲਾ ਰਿਸ਼ਤਾ ਹੋਣਾ ਚਾਹੀਦਾ ਵੀ ਨਹੀਂ। ਹਾਂ, ਚਾਹੀਦਾ, ਲੇਕਿਨ ਹੋਇਆ ਬਾਣੀ ਉਹਦਾ ਜ਼ਿਕਰ ਵੀ ਨਹੀਂ ਕਿਤੇ। ਬਾਣੀ ਤੇ ਹਮੇਸ਼ਾ ਹੀ ਮੈਂ ਉਹ ਗੱਲ ਕਰਦਾ ਕਿ ਇਹ ਫਾਲਟ ਲਾਈਨਾਂ ਫਿਰ ਇੱਕ ਪੋਲੀਟਿਕਸ ਨੇ ਖੜੀਆਂ। ਤੁਸੀਂ ਇਹ ਦੇਖੋ ਕਿ ਗੁਰੂ ਨਾਨਕ ਦੇਵ ਜੀ ਬਾਬਤ ਲੋਕ ਕਹਾਣ ਪ੍ਰਚਲਿਤ ਰਹੇ ਹਿੰਦੁਸਤਾਨ 'ਚ, ਬਾਬਾ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ। ਤੁਸੀਂ ਹੋਰ ਦੇਖੋ ਕਿ ਪੁਰਾਣੀਆਂ ਪੇਂਟਿੰਗਸ ਨੇ ਜਿਹੜੀਆਂ, ਗੁਰੂ ਨਾਨਕ ਦੇਵ ਜੀ ਚਾਹੇ ਤੁਰੇ ਜਾ ਰਹੇ ਹੋਣ, ਉਹਨਾਂ ਦੇ ਪਿੱਛੇ ਪਿੱਛੇ ਭਾਈ ਬਾਲਾ ਤੇ ਮਰਦਾਨਾ ਨੇ। ਜੇ ਕਿਤੇ ਮਹਾਰਾਜ ਆਸਣ ਤੇ ਬਿਰਾਜਮਾਨ ਨੇ, ਉਹਨਾਂ ਦੇ ਪਿੱਛੇ ਭਾਈ ਬਾਲਾ ਤੇ ਭਾਈ ਮਰਦਾਨਾ, ਜਾਂ ਉਹਨਾਂ ਦੇ ਅੱਗੇ ਬੈਠੇ ਨੇ ਭਾਈ ਬਾਲਾ ਤੇ ਮਰਦਾਨਾ ਨੀਵੀਂ ਥਾਂ ਤੇ। ਪੁਰਾਣੇ ਵਿਆਖਿਆਕਾਰ ਤੇ ਚਿੱਤਰਕਾਰ ਭਾਈ ਬਾਲਾ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ 2 ਵਿਅਕਤੀ ਨਹੀਂ ਮੰਨਦੇ, ਉਹ 2 ਸੱਭਿਅਤਾਵਾਂ ਦੇ ਚਿੰਨ੍ਹ ਮੰਨਦੇ ਨੇ। ਭਾਈ ਬਾਲਾ ਜੀ ਵੈਦਿਕ ਸੱਭਿਅਤਾ, ਭਾਈ ਮਰਦਾਨਾ ਜੀ ਇਸਲਾਮ। ਕਿ ਆਪਸ ਦੇ ਵਿੱਚ 2 ਸੱਭਿਅਤਾਵਾਂ ਜਦੋਂ ਟਕਰਾ ਰਹੀਆਂ ਸਨ, ਇੱਕ ਦੂਸਰੇ ਨੂੰ ਬਰਦਾਸ਼ਤ ਕਰਨ ਤੋਂ ਮੁਨਕਰ ਸਨ, ਉਦੋਂ ਗੁਰੂ ਨਾਨਕ ਦੇਵ ਜੀ ਆਏ ਤੇ ਦੋਵੇਂ ਧਾਰਾਵਾਂ ਨੇ ਜਿਹੜੀਆਂ ਵੱਡੀਆਂ, ਉਹਨਾਂ ਨੂੰ ਫੋਲੋ ਕਰਨ ਲੱਗ ਗਈਆਂ। ਤਾਂ ਆਪਣੇ ਰੋਲ ਮਾਡਲ ਗੁਰੂ ਨਾਨਕ ਦੇਵ ਜੀ ਨੇ, ਜਿਨ੍ਹਾਂ ਨੇ ਜੇ ਨਫ਼ਰਤ ਕੀਤੀ ਹੁੰਦੀ ਮੁਸਲਮਾਨਾਂ ਨੂੰ ਜਾਂ ਹਿੰਦੂਆਂ ਨੂੰ, ਫਿਰ ਉਹਨਾਂ ਨੂੰ ਫੋਲੋ ਕਿਉਂ ਕਰਦੇ? ਸੋ ਹੁਣ ਜਿਹੜਾ ਮਾਹੌਲ ਮੈਂ ਦੇਖ ਰਿਹਾ, ਖਾਸ ਕਰਕੇ ਦਰਬਾਰ ਸਾਹਿਬ ਦੇ ਉੱਪਰ 1984 'ਚ ਜਦੋਂ ਹਮਲਾ ਹੋਇਆ, ਇੱਕ ਤਾਂ ਸਿੱਖ ਪਹਿਲਾਂ ਹੀ ਘੱਟ ਗਿਣਤੀਆਂ ਨੇ ਜਿਹੜੀਆਂ, ਉਹਨਾਂ ਨੂੰ ਮਹਿਸੂਸ ਹੁੰਦਾ ਰਹਿੰਦਾ ਕਿ ਕਿਤੇ ਅਸੀਂ ਵੱਡੇ ਸਮੁੰਦਰ 'ਚ ਘੁਲ ਨਾ ਜਾਈਏ, ਖਤਮ ਨਾ ਹੋ ਜਾਈਏ।
ਇਹ ਉਹਨਾਂ ਨੂੰ ਹਰੇਕ ਗੱਲ ਹੀ ਐਂ ਲੱਗਦੀ ਹੈ ਵੀ ਹਰੇਕ ਹਵਾ ਦਾ ਬੁੱਲਾ ਜਿਹੜਾ ਆ ਰਿਹਾ ਇਹ ਸਾਡੇ ਖਿਲਾਫ ਆ ਰਿਹਾ। ਇਹ ਕੰਪਲੈਕਸ ਹੈ, ਸੱਚ ਨਹੀਂ ਹੈ, ਲੇਕਿਨ ਇਸ ਕੰਪਲੈਕਸ ਜ਼ਰੀਏ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸਰਵਾਈਵ ਕਰ ਲਾਂਗੇ। ਠੀਕ ਹੈ, ਇਉਂ ਕਰਦਿਆਂ ਆਪਣੇ ਨਾਲ ਦੀ ਕਮਿਊਨਿਟੀ ਨੂੰ, ਚਾਹੇ ਉਹ ਛੋਟੀ ਹੈ ਤੁਹਾਡੇ ਤੋਂ ਚਾਹੇ ਵੱਡੀ ਹੈ, ਨਫ਼ਰਤ ਨਹੀਂ ਕਰਨਾ ਬਣਦਾ। ਨਫ਼ਰਤ ਤਾਂ ਗੁਰੂਆਂ ਨੇ ਸਿਖਾਈ ਨਹੀਂ ਕਿਤੇ। ਤੁਸੀਂ ਇਹ ਦੇਖੋ ਕਿ ਜਦੋਂ ਖਾਲਸਾ ਪੰਥ ਸਾਜਿਆ, ਇੱਕ ਤਾਂ 5 ਪਿਆਰੇ ਨੇ ਜਿਹੜੇ ਉਹ ਕਿੱਡੀ ਕਿੱਡੀ ਦੂਰੋਂ ਕਿਹੜੇ ਆਏ ਨੇ, ਦੂਸਰੇ ਉਹ ਸਾਰੇ ਜਾਤ ਵਰਨਾਂ 'ਚੋਂ ਆਏ ਨੇ। ਜੇ ਗੁਰੂ ਸਾਹਿਬਾਨ ਨੇ ਹਿੰਦੂਆਂ ਨੂੰ ਨਫ਼ਰਤ ਕੀਤੀ ਹੁੰਦੀ ਤਾਂ ਉਹ ਅੰਮ੍ਰਿਤ ਛਕਦੇ। ਮੈਂ ਇੱਕ ਦਿਨ ਕਾਫੀ ਹਾਊਸ 'ਚ ਆਪਣੇ ਦੋਸਤਾਂ ਨਾਲ ਬੈਠਾ, ਪ੍ਰੋਫੈਸਰ ਸਾਹਿਬਾਨ ਨਾਲ ਗੱਲਾਂ ਵਿਸਾਖੀ ਦੀਆਂ ਚੱਲ ਪਈਆਂ। ਮੈਂ ਕਿਹਾ ਕਿ ਲਗਭਗ 80,000 ਦੀ ਗਿਣਤੀ ਮਿਥੀ ਜਾਂਦੀ ਹੈ। ਗੁਰੂ ਜੀ ਦੇ ਸੱਦੇ 'ਤੇ ਸੰਗਤ ਇੰਨੀ ਕੁ ਪਹੁੰਚੀ ਸੀ, ਉਹਨਾਂ 'ਚੋਂ 20,000 ਨੇ ਅੰਮ੍ਰਿਤ ਛਕ ਲਿਆ। ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਉਹ ਬਹਾਦਰ ਹੋ ਗਏ, ਯੁੱਧ ਸ਼ੁਰੂ ਹੋਏ ਅਤੇ ਖਾਲਸਾ ਵਿਜয়ੀ ਹੋਣਾ ਸ਼ੁਰੂ ਹੋ ਗਿਆ। ਮੇਰੀ ਗੱਲ ਸੁਣ ਕੇ ਪ੍ਰੋਫੈਸਰ ਨਰਿੰਦਰ ਕਪੂਰ ਕਹਿੰਦੇ, ਪੰਨੂ ਐਂ ਨਹੀਂ ਹੋਇਆ ਕਿ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਉਹ ਬਹਾਦਰ ਹੋ ਗਏ। ਮੈਂ ਕਿਹਾ ਹੋਰ ਕੀ ਹੋਇਆ? ਕਹਿੰਦਾ 80,000 ਵਿੱਚੋਂ ਜਿਹੜੇ ਬਹਾਦਰ ਸਨ ਉਹ ਅੰਮ੍ਰਿਤ ਛਕਣ ਲਈ ਉੱਠੇ। ਹੁਣ ਇਹ ਗੱਲ ਵੀ ਮੈਂ ਗਲਤ ਨਹੀਂ ਮੰਨਦਾ, ਇਹ ਇੱਕ ਹੋਰ ਵਿਆਖਿਆ ਹੈ। ਅਨੰਤ ਹੈ ਜਿਹੜਾ, ਜਿਹਦਾ ਥਾਂ ਨਹੀਂ ਪਾਇਆ ਜਾ ਸਕਦਾ, ਉਹਦੇ ਬਾਰੇ ਕੀਤਾ ਹਰੇਕ ਕਥਨ ਸੱਚ ਹੁੰਦਾ ਹੈ। ਟਰੂਥ ਦਾ ਇੱਕ ਹਿੱਸਾ ਵੀ ਟਰੂਥ ਹੀ ਹੁੰਦਾ ਹੈ, ਉਹ ਵੀ ਉੱਡਾ ਹੀ ਵੱਡਾ ਹੁੰਦਾ ਹੈ ਜਿੱਡਾ ਵੱਡਾ ਟਰੂਥ ਸੰਪੂਰਨ ਹੁੰਦਾ ਹੈ। ਤਾਂ ਮੈਂ ਇਸ ਕਰਕੇ ਆਖ ਰਿਹਾ ਕਿ ਸਿੱਖਾਂ ਨੇ, ਗੁਰੂਆਂ ਨੇ, ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਨੇ ਕਦੀ ਕੋਈ ਵਿਤਕਰਾ ਨਹੀਂ ਕੀਤਾ ਸੀ, ਅਤੇ ਹੁਣ ਵੀ ਆਪਾਂ ਇਹਨਾਂ ਸਰਕਾਰਾਂ ਤੋਂ ਉਮੀਦ ਰੱਖੀਏ ਵੀ ਇਹ ਨਿਆਂ ਕਰਨ। ਤੁਹਾਨੂੰ ਲੱਗਦਾ? ਦੇਖੋ, ਮੈਨੂੰ ਪ੍ਰਧਾਨ ਮੰਤਰੀ ਮੋਦੀ ਦੇ ਵਿਚਾਰਾਂ ਤੋਂ ਅਤੇ ਵਿਹਾਰ ਤੋਂ ਇਹ ਲੱਗਦਾ ਹੈ ਕਿ ਉਹ ਖਾਲਸਾ ਪੰਥ ਦੇ ਹਿਤੈਸ਼ੀ ਨੇ। ਪਿੱਛੇ ਜੇ ਕੋਈ 2 ਮਹੀਨੇ ਹੋਏ, ਕੈਨੇਡਾ ਤੋਂ ਕੁਝ ਸਿੱਖ ਆਏ ਮਿਲਣ ਮੈਨੂੰ। ਉਹਨਾਂ ਨੇ ਦੱਸਿਆ, ਕਹਿੰਦੇ ਅਸੀਂ ਗੁਰਦੁਆਰੇ 'ਚ, ਮੋਦੀ ਜੀ ਦੀ ਫੇਰੀ ਸੀ ਕੈਨੇਡਾ, ਅਸੀਂ ਬੇਨਤੀ ਕੀਤੀ ਜੀ ਗੁਰਦੁਆਰੇ 'ਚ ਆ ਜਾਓ। ਉਹ ਪ੍ਰਸੰਨ ਹੋ ਕੇ ਸਾਡੀ ਬੇਨਤੀ ਮਨਜ਼ੂਰ ਕੀਤੀ। ਦਸਤਾਰ ਬੰਨ੍ਹ ਕੇ ਗੁਰਦੁਆਰੇ ਮੱਥਾ ਟੇਕਣ ਆਏ। ਉਹਨਾਂ ਨੂੰ ਕੁਝ ਸ਼ਬਦ ਬੋਲਣ ਲਈ ਕਿਹਾ, ਅੱਛੇ ਸ਼ਬਦ ਕਹੇ, ਅਤੇ ਇਹ ਇੱਕ ਉਹਨਾਂ 'ਚ ਵਾਕ ਇਹ ਵੀ ਕਿਹਾ ਉਹਨਾਂ ਨੇ ਕਿ ਭਾਈਓ, ये जो दस्तार मैं पहन के आया हूँ ये मेरी नहीं है, जो दस्तार आपके सर पर बंधी हुई है ये आपकी नहीं है, ये गुरु गोबिंद सिंह जी की दस्तार है और मैं वादा करता हूँ कि इस दस्तार की बेअदबी नहीं होने दूंगा। इन्हां शब्दां नूं, इन्हां भावनावां नूं कदर करनी बनती है, आदर करना बनता है। शुकराना करदा मैं इन्हां शब्दां सदका मोदी जी का। ਕੀ ਲੱਗਦਾ ਗਾ ਕਿ ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਤੁਸੀਂ ਕਿਹਾ ਕਿ 100 ਸਾਲ ਬਾਅਦ ਅਰਥ ਬਦਲ ਜਾਂਦੇ ਨੇ, ਮੇਰਾ ਲਾਸਟ ਸਵਾਲ ਆ ਇਹ, ਹੁਣ ਤੁਸੀਂ ਦੁਬਾਰਾ ਨਵੇਂ ਸਿਰਿਓਂ ਨਵੀਂ ਟਰਾਂਸਲੇਸ਼ਨ ਕਰ ਰਹੇ ਹੋ, ਟੀਕਾ ਕਰ ਰਹੇ ਹੋਗੇ, ਸਰਲ ਅਰਥ ਕਰ ਰਹੇ ਹੋ ਉਹਦੇ, ਤਾਂ ਕਿ ਨਵੀਂ ਪੀੜ੍ਹੀ ਜੁੜੇ। ਤੁਸੀਂ ਦੇਖ ਰਹੇ ਹੋ ਇਹ ਗੱਲ ਕਿ ਵੈਸੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਇੱਕ ਗੱਲ ਚੱਲਦੀ ਹੈ ਕਿ ਜੀ ਲਿਟਰੇਚਰ ਫੈਸਟੀਵਲਾਂ 'ਚ ਬੜੀਆਂ ਕਿਤਾਬਾਂ ਵਿਕ ਰਹੀਆਂ ਨੇ, ਬੜਾ ਪੜ੍ਹਿਆ ਜਾ ਰਿਹਾ, ਉਹ ਦਰਜ ਕਿੱਥੇ ਹੋ ਰਿਹਾ ਗਾ, ਇਹ ਬਹੁਤ ਵੱਡਾ ਸਵਾਲ ਹੁੰਦਾ ਹੈਗਾ। ਜੇ ਦਰਜ ਹੋ ਰਿਹਾ ਤਾਂ ਫਿਰ ਪੰਜਾਬ 'ਚੋਂ ਕੁਛ ਦਿਖੂਗਾ ਵੀ, ਉਸ ਤਰ੍ਹਾਂ ਦਾ ਇੱਕ ਮਾਹੌਲ ਦਿਖੂ ਜਿਹੜਾ ਤੁਹਾਡੇ ਦੌਰ ਦੇ ਅੰਦਰ ਭੂਤਵਾੜਿਆਂ ਵੇਲੇ ਜਾਂ ਬਹੁਤ ਸਾਰਾ ਦਾ ਦੌਰ ਹੈਗਾ। ਇੱਕ ਪੰਜਾਬੀ ਯੂਨੀਵਰਸਿਟੀ 'ਚ ਬੜਾ ਮਾਹੌਲ ਰਿਹਾ, ਪੰਜਾਬ ਯੂਨੀਵਰਸਿਟੀ ਰਿਹਾ ਗਾ, ਦੇਸ਼ ਦੀਆਂ ਹੋਰ ਯੂਨੀਵਰਸਿਟੀਆਂ 'ਚ ਇੱਕ ਮਾਹੌਲ ਹੁੰਦਾ ਸੀਗਾ ਜਿਹੜਾ ਹੁਣ ਨਹੀਂ ਦਿਖਦਾ ਗਾ, ਉਸ ਤਰ੍ਹਾਂ ਦਾ ਮਾਹੌਲ ਨਹੀਂ ਹੈਗਾ। ਤੁਹਾਨੂੰ ਲੱਗਦਾ ਗਾ ਕਿ ਇਸ ਤਰ੍ਹਾਂ ਦੇ ਟੈਕਸਟ ਨਾਲ ਆ ਕੇ ਨਵੀਂ ਪੀੜ੍ਹੀ ਦੁਬਾਰਾ ਜੁੜੇਗੀ? ਦੇਖੋ, ਆਪਾਂ ਜੇ ਅੱਜ ਕੱਲ੍ਹ ਲਿਖਿਆ ਅਤੇ ਛਪਿਆ ਜਾ ਰਿਹਾ ਸਾਹਿਤ ਦੇਖੀਏ, ਉਹਦੇ ਵਿੱਚ ਥੋੜ੍ਹਾ ਬਹੁਤਾ ਜ਼ਿਕਰ ਮੇਰੀਆਂ ਲਿਖਤਾਂ ਦਾ ਵੀ ਸ਼ੁਰੂ ਹੋ ਗਿਆ। ਬਿਲਕੁਲ, ਮੈਂ ਇਸ ਗੱਲੋਂ ਸੰਤੁਸ਼ਟ ਹਾਂ ਕਿ ਮੇਰੀ ਪਰੰਪਰਾ ਜਿਹੜੀ ਲਿਖਤਾਂ ਦੀ, ਉਹ ਪੁਰਾਤਨ ਪਰੰਪਰਾ ਹੈ, ਉਹ ਮਾਡਰਨ ਹਿਸਟੋਰੀਓਗ੍ਰਾਫੀ ਵਾਲੀ ਨਹੀਂ ਹੈ। ਇਹਦੇ ਬਾਵਜੂਦ ਬਜ਼ੁਰਗ, ਜਵਾਨ ਅਤੇ ਬੱਚੇ ਉਹ ਪੜ੍ਹ ਰਹੇ ਨੇ ਅਤੇ ਪਸੰਦ ਕਰ ਰਹੇ ਨੇ। ਮੈਨੂੰ ਇਸ ਗੱਲ ਦੀ ਤਸੱਲੀ ਹੈ। ਕਦੀ ਕਦੀ ਵਿਦਿਆਰਥੀ ਕਹਿੰਦੇ ਨੇ, ਪਾਠਕ ਕਹਿੰਦੇ ਨੇ ਜੀ ਚੰਗਾ ਸਾਹਿਤ ਲਿਖਿਆ ਨਹੀਂ ਜਾ ਰਿਹਾ। ਮੈਂ ਕਿਹਾ ਚੰਗਾ ਸਾਹਿਤ ਕਾਫੀ ਸਾਰਾ ਲਿਖਿਆ ਗਿਆ, ਜਿਹੜਾ ਉਹ ਪੜ੍ਹ ਲਿਆ। ਜੇ ਪਾਠਕ ਨਹੀਂ ਪੈਦਾ ਹੋਏਗਾ ਤਾਂ ਲੇਖਕ ਕਿਵੇਂ ਪੈਦਾ ਹੋ ਜਾਏਗਾ? ਪੰਜਾਬੀਆਂ ਦੀ ਪੜ੍ਹਨ ਦੀ ਰੁਚੀ ਤਾਂ ਅੱਗੇ ਬਹੁਤ ਘੱਟ ਸੀ, ਹੁਣ ਆ ਜਿਹੜਾ ਸੋਸ਼ਲ ਮੀਡੀਆ ਹੈ ਇਹਨੇ ਹੋਰ ਵੀ ਘਟਾ ਦਿੱਤਾ। ਮੇਰੇ ਤੋਂ ਡਿਮਾਂਡ ਇਹ ਹੁੰਦੀ ਹੈ ਜੀ ਤੁਹਾਡੀਆਂ ਕਿਤਾਬਾਂ ਪੜ੍ਹਨ ਲਈ ਤਾਂ ਟਾਈਮ ਨਹੀਂ, ਤੁਸੀਂ ਰਿਕਾਰਡ ਕਰਕੇ ਭੇਜਿਆ ਕਰੋ। ਤੁਹਾਨੂੰ ਸੁਣਦੇ ਹੀ ਬਹੁਤ ਆ ਲੋਕ। ਸੁਣਦੇ ਵੀ ਹੈਗੇ। ਤਾਂ ਮੇਰੀਆਂ ਗੱਲਾਂ ਜਿਹੜੀਆਂ ਆਮ ਤੌਰ 'ਤੇ ਪੁਰਾਤਨ ਲੱਗਣਗੀਆਂ, ਪਰੰਪਰਾਵਾਦੀ ਲੱਗਣਗੀਆਂ, ਮਿਥਿਕ ਲੱਗਣਗੀਆਂ, ਟਰੈਡੀਸ਼ਨਲ ਲੱਗਣਗੀਆਂ, ਉਹ ਪਸੰਦ ਕੀਤੀਆਂ ਜਾਂਦੀਆਂ ਨੇ। ਸੂਰਜ ਪ੍ਰਕਾਸ਼ ਨੂੰ ਪੜ੍ਹੂ ਨਵੀਂ ਪੀੜ੍ਹੀ? ਮੈਂ ਪੜ੍ਹੇਗੀ, ਬਿਲਕੁਲ ਪੜ੍ਹੇਗੀ। ਮੈਂ ਇਸੇ ਕਰਕੇ ਕਰ ਰਿਹਾ, ਮੈਂ ਇਹਦੇ ਨਵੇਂ ਅਰਥ ਨਹੀਂ ਕਰ ਰਿਹਾ, ਮੈਂ ਇਹਨੂੰ ਨਵਾਂ ਰੂਪ ਦੇ ਰਿਹਾ। ਉਹੀ
ਭਾਸ਼ਾ ਤਾਂ ਬਦਲ ਰਹੇ ਹੋ ਨਾ, ਭਾਸ਼ਾ ਬਦਲ ਰਹੀ ਹੈ, ਬੋਲੀ ਬਦਲ ਰਹੀ ਹੈ, ਜਿਹੜੀ 100 ਸਾਲ 'ਚ ਬਦਲਦੀ ਆ ਉਹ। ਬਿਲਕੁਲ। ਤਾਂ ਉਹ ਸੂਰਤ ਦੇ ਵਿੱਚ ਵਡਿੱਤਣ ਹੈ ਜਿਹੜੀ ਸਾਡੇ ਗੁਰੂ ਸਾਹਿਬਾਨ ਦੀ, ਉਹਦੇ ਵਿੱਚੋਂ ਪ੍ਰਗਟ ਹੁੰਦੀ ਹੈ ਗ੍ਰੰਥ 'ਚੋਂ, ਉਹ ਆਪਾਂ ਸੁਖੈਨ ਤਰੀਕੇ ਨਾਲ ਆਪਣੇ ਪਾਠਕਾਂ ਅੱਗੇ ਪਰੋਸਾਂਗੇ। ਹੁਣ ਤੁਸੀਂ ਦੇਖੋ ਕਿ ਇੱਕ ਗੱਲ ਹੋਰ ਮੇਰੇ ਦਿਮਾਗ 'ਚ ਆਉਂਦੀ ਹੈਗੀ ਕਿ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇਗੇ, ਸ਼ੁਰੂ ਤੋਂ ਮੈਂ ਜਪਜੀ ਸਾਹਿਬ ਪੜ੍ਹਦਾ ਗਾ, ਸਿੱਖ ਪਰਿਵਾਰ 'ਚ ਪੈਦਾ ਹੋਏ ਹਾਂ ਤਾਂ ਚੀਜ਼ਾਂ ਪੜ੍ਹਦੇ ਆਂਗੇ, ਪਰ ਸਮਝ ਨਹੀਂ ਹੁਣ ਤਾਂ ਚਲੋ ਫਿਰ ਵੀ ਨਾਲ ਚੱਕ ਕੇ ਕੋਈ ਸਮਝ ਲਈ ਦੀਆਂ ਨੇ, ਸਮਝ ਨਹੀਂ ਆਉਂਦੀ ਨਾ ਬਾਣੀ ਉਸ ਤਰੀਕੇ ਦੇ ਨਾਲ, ਨਵੀਂ ਪੀੜ੍ਹੀ ਨੂੰ ਸਮਝ ਨਹੀਂ ਆਉਂਦੀ ਹੈ ਨਾ। ਤੁਹਾਡੇ ਵਾਲੇ ਦੌਰ ਹੋਰ ਸੀਗੇ, ਉਦੋਂ ਵੀ ਖੈਰ ਨਿੱਠ ਕੇ ਲੋਕ ਬਹਿੰਦੇ ਹੋਣਗੇ, ਇੱਕ ਮਤਲਬ ਉਹ ਆਗਾ ਕਿ ਤੁਸੀਂ ਕਿੰਨੀ ਸ਼ਰਧਾ ਰੱਖ ਕੇ ਜਾਂ ਕਿੰਨੀ ਮਿਹਨਤ ਕਰਕੇ, ਕਿੰਨਾ ਹਾਰਡ ਵਰਕ ਕਰਕੇ ਚੀਜ਼ਾਂ ਨੂੰ ਅੰਡਰਸਟੈਂਡ ਕਰਦੇ ਹੋਗੇ। ਦੇਖੋ ਆਪਣਾ ਫਰਜ਼ ਹੈ ਇੱਕ ਤਾਂ ਬਾਣੀ ਨੂੰ ਗੁਰੂ ਦੇ ਤੌਰ ਤੇ ਲੈਣਾ, ਇੱਕ ਬਾਣੀ ਜਿਹੜੀ ਸਮਝ ਆਉਣੀ ਹੈ, ਕਿਉਂਕਿ ਬਾਣੀ ਦੀ ਵੀ ਜਿਹੜੀ ਬੋਲੀ ਹੈ ਜਾਂ ਭਾਸ਼ਾ ਗਈ ਉਹ ਬੜੀ ਉਹ ਸਾਰੀ ਪੁਰਾਣੀ ਭਾਸ਼ਾ ਗਈ, ਪੁਰਾਤਨ ਆ ਗਈ। ਗ੍ਰੰਥਾਂ ਦੇ ਤੁਹਾਨੂੰ ਲੱਗਦਾ ਹੈਗਾ ਕਿ ਜੇ ਤੁਹਾਨੂੰ ਇਹ ਲੱਗਦਾ ਹੈਗਾ ਕਿ ਜੇ ਇਹ ਨਵੇਂ ਤਰੀਕੇ ਨਾਲ ਹੋਵੇ ਹੋਰ ਜ਼ਿਆਦਾ ਜੁੜੂਗੀ ਨਵੀਂ ਪੀੜ੍ਹੀ? ਜਾਂ ਦੇਖੋ ਪ੍ਰੋਫੈਸਰ ਸਾਹਿਬ ਸਿੰਘ ਨੇ ਜਦੋਂ ਅਰਥ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ, ਉਹਨਾਂ ਨੇ ਲਿਟਰਲ ਮੀਨਿੰਗ ਕੀਤੇ ਨੇ। ਪਹਿਲਾ ਜਦੋਂ ਸ਼ਬਦ ਦੀ ਵਿਆਖਿਆ ਹੁੰਦੀ ਹੈ ਨਾ, ਸ਼ਬਦ ਦੇ ਅਰਥ ਆਪਾਂ ਲੱਭਣ ਦਾ ਯਤਨ ਕਰਦੇ ਹਾਂ, ਉਹ ਸੰਸਕ੍ਰਿਤ ਦੇ ਵਿਦਵਾਨਾਂ ਨੇ 3 ਰੂਪ ਮੰਨੇ ਨੇ ਸ਼ਬਦ ਦੇ। ਅਭਿਦਾ 3 ਸ਼ਕਤੀਆਂ ਮੰਨੀਆਂ ਨੇ, ਅਭਿਦਾ, ਲਕਸ਼ਣਾ ਤੇ ਵਿਅੰਜਨ। ਅਭਿਦਾ ਹੁੰਦੀ ਹੈ ਮੂਲ ਅਰਥ, ਸਭ ਤੋਂ ਪਹਿਲਾ, ਜਿਵੇਂ ਖੋਤਾ ਰੂੜੀ ਉੱਪਰ ਖੋਰ ਚੁਗ ਰਿਹਾ ਹੈ, ਆਪਾਂ ਸਮਝਿਆ ਨਾ ਇੱਕ ਜਾਨਵਰ ਦੀ ਗੱਲ ਹੋਈ ਹੈ। ਜਦੋਂ ਕਿਸੇ ਬੰਦੇ ਨੂੰ ਆਪਾਂ ਖੋਤਾ ਕਹਿੰਦੇ ਹਾਂ ਤਾਂ ਉਹ ਵਿਅੰਜਨ ਹੈ, ਉਹ ਵਲ ਪਾ ਕੇ ਕਿਹਾ ਕੁਛ ਅਰਥ ਹੈ। ਜਦੋਂ ਆਪਾਂ ਲਕਸ਼ਣਾ ਕਹਿੰਦੇ ਹਾਂ, ਉਹ ਲਕਸ਼ਣਾ ਹੋਰ ਹੀ ਚੀਜ਼ ਹੋ ਜਾਂਦੀ ਹੈ। ਜਿਵੇਂ ਐਗਜ਼ਾਮਪਲ ਦਈਏ ਆਪਾਂ ਕਿ ਰਾਹ ਵਿੱਚ ਆਈ ਰਾਤ ਚਾਨਣੀ, ਪੈਰ ਨਾ ਪੁੱਟਿਆ ਜਾਏ। ਚਾਨਣੀ ਰਾਤ ਹੈ, ਪੈਰ ਤਾਂ ਪੁੱਟਿਆ ਜਾਣਾ ਤੇਜ਼ੀ ਨਾਲ ਚਾਹੀਦਾ, ਲੇਕਿਨ ਚੰਦ ਇੰਨਾ ਸੋਹਣਾ ਲੱਗ ਰਿਹਾ, ਚਾਨਣੀ ਇੰਨੀ ਸੋਹਣੀ ਲੱਗ ਰਹੀ ਹੈ ਕਿ ਜੀ ਕਰਦਾ ਖਲੋ ਕੇ ਦੇਖੀ ਜਾਈਏ, ਤੁਰੀਏ ਹੀ ਨਾ। ਇਹ ਵਿਅੰਜਨ ਹੈ। ਤਾਂ ਇਹ ਗੁਰੂ ਗ੍ਰੰਥ ਸਾਹਿਬ ਦੇ ਅਰਥ ਨੇ ਜਿਹੜੇ, ਇਹ ਤਾਂ ਪਰਮੇਸ਼ਰ ਦੀ ਬਾਣੀ ਹੈ। ਪਰਮੇਸ਼ਰ ਦੀ ਬਾਣੀ ਦੇ ਅਰਥ ਕਰਨੇ ਸੰਭਵ ਨਹੀਂ। ਕਈ ਵੈਦਿਕ ਸਕੂਲ ਇਹੋ ਜਿਹੇ ਨੇ ਜਿਹੜੇ ਵੇਦਾਂ ਦੇ ਅਰਥ ਕਰਨ ਦੇ ਖਿਲਾਫ ਨੇ। ਉਹ ਕਹਿੰਦੇ ਨੇ ਇਹ ਬਾਣੀ ਜਿਵੇਂ ਉਤਰੀ ਉਸੇ ਤਰ੍ਹਾਂ ਸੁਣੀ ਗਈ, ਉਸੇ ਤਰ੍ਹਾਂ ਦੇਖੀ ਗਈ, ਉਸੇ ਤਰ੍ਹਾਂ ਫਿਰ ਬਾਅਦ ਦੇ ਵਿੱਚ ਜਦੋਂ ਲਿਪੀ ਆਈ ਲਿਖੀ ਗਈ। ਮੈਂ ਤੁਹਾਡੇ ਸਵਾਲ ਦੀ ਟਿੱਪਣੀ ਦਾ ਜਵਾਬ ਹੈ ਜਿਹੜਾ, ਉਹ ਹੈਰਾਕਲਾਈਟਸ ਨਾਲ ਦਿੰਨਾ। ਧਰਮ ਗ੍ਰੰਥਾਂ ਨੂੰ ਕਿਵੇਂ ਸਮਝੀਏ? ਹੈਰਾਕਲਾਈਟਸ ਪੁਰਾਤਨ ਫਿਲਾਸਫਰਾਂ 'ਚੋਂ ਹੈ, ਪੂਰਬੀ ਵਾਲੇ ਫਿਲਾਸਫਰਾਂ 'ਚੋਂ। ਹੈਰਾਕਲਾਈਟਸ ਲਿਖਦਾ ਹੈ, ਅੱਖ ਜੇ ਸੂਰਜ ਵਰਗੀ ਨਾ ਹੁੰਦੀ ਤਾਂ ਸੂਰਜ ਨੂੰ ਦੇਖ ਨਾ ਸਕਦੀ। ਜਪਜੀ ਸਾਹਿਬ ਨੂੰ ਸਮਝਣ ਲਈ ਜਪਜੀ ਸਾਹਿਬ ਵਰਗਾ ਬਣਨਾ ਪਊਗਾ ਸਾਨੂੰ, ਫਿਰ ਸਮਝ ਆਊਗੀ। ਲੇਕਿਨ ਜਦੋਂ ਤੱਕ ਨਹੀਂ ਬਣਦੇ, ਉਦੋਂ ਤੱਕ ਵਿਦਵਾਨਾਂ ਦੇ ਦਿੱਤੇ ਹੋਏ ਅਰਥਾਂ ਨੂੰ ਆਪਾਂ ਸਬਰ ਸੰਤੋਖ ਨਾਲ ਗ੍ਰਹਿਣ ਕਰਾਂਗੇ ਤੇ ਸ਼ੁਕਰਾਨਾ ਕਰਾਂਗੇ ਜਿਨ੍ਹਾਂ ਨੇ ਸਾਡੇ ਵਾਸਤੇ ਕਸ਼ਟ ਕੀਤਾ, ਸਾਡੇ ਸਾਹਮਣੇ ਸਰਲ ਅਰਥ ਕੀਤੇ। ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਬਹੁਤ ਸ਼ੁਕਰਾਨਾ। ਜੇ ਕੋਈ ਗੁਸਤਾਖੀ ਹੋਈ ਹੋਵੇ, ਕਿਉਂਕਿ ਗੱਲਾਂ ਵੱਡਿਆਂ ਦੀਆਂ ਨੇ, ਵੱਡੀਆਂ ਗੱਲਾਂ ਕਰਦਿਆਂ ਕੁਛ ਗਲਤੀਆਂ ਸੰਭਵ ਨੇ ਹੋ ਜਾਂਦੀਆਂ ਹੁੰਦੀਆਂ ਨੇ। ਭਾਈ ਸੰਤੋਖ ਸਿੰਘ ਜੀ ਬਾਰ-ਬਾਰ ਕਹਿੰਦੇ ਨੇ ਕਿ ਮੈਂ ਉਹ ਸ਼ਖਸ ਜਿਹਦੇ ਤੋਂ ਇੱਕ ਸਤਰ ਠੀਕ ਨਹੀਂ ਲਿਖੀ ਜਾਂਦੀ, ਦਇਆ ਕਰਕੇ ਗੁਰੂ ਮਹਾਰਾਜ ਨੇ ਮੇਰੇ ਤੋਂ ਐਡਾ ਵੱਡਾ ਗ੍ਰੰਥ ਰਚਨਾ ਕਰਵਾਈ, ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਆਪਾਂ ਆਪਣੇ ਦਰਸ਼ਕਾਂ ਸਰੋਤਿਆਂ ਦੇ ਸ਼ੁਕਰਗੁਜ਼ਾਰ ਹਾਂ, ਗੁਰੂ ਮਹਾਰਾਜ ਦੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੇ ਕੇਂਦਰ ਕਰਕੇ ਆਪਾਂ ਇੱਥੇ ਵਿਚਾਰ ਚਰਚਾ ਕਰਨ ਲਈ ਇਕੱਠੇ ਹੋਏ। ਬਹੁਤ ਮਿਹਰਬਾਨੀ। ਜੀ। ਤਾਂ ਇਹ ਸਨ ਪ੍ਰੋਫੈਸਰ ਹਰਪਾਲ ਸਿੰਘ ਪੰਨੂ, ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਸਰਲ ਅਰਥ ਕਰਨੇ ਸ਼ੁਰੂ ਕੀਤੇ ਨੇ। ਪਹਿਲੀ ਜਿਲਦ ਹੋ ਚੁੱਕੀ ਹੈ, ਉਹ ਆਏਗੀ, ਔਰ ਬਾਕੀ ਵੀ ਬਾਅਦ 'ਚੋਂ ਆਉਣਗੀਆਂ। ਲਗਾਤਾਰ ਕੰਮ ਕਰ ਰਹੇ ਨੇ। ਉਸ ਤੋਂ ਪਹਿਲਾਂ ਬਹੁਤ ਸਾਰੀਆਂ ਇਹਨਾਂ ਦੀਆਂ ਕਿਤਾਬਾਂ, ਬਹੁਤ ਸਾਰੀਆਂ ਸਪੀਚਸ ਤੁਸੀਂ ਸੁਣਦੇ ਹੀ ਰਹਿੰਦੇ ਹੋ। ਪਰ ਸਭ ਤੋਂ ਮੇਨ ਗੱਲ ਇਹੀ ਹੈਗਾ ਕਿ ਮਾਡਰਨਿਟੀ ਨੇ ਆ ਕੇ, ਆਧੁਨਿਕਤਾ ਨੇ ਆ ਕੇ ਸਾਨੂੰ ਕਈ ਵਾਰ ਉਹ ਚੀਜ਼ਾਂ ਨਾਲੋਂ ਤੋੜਿਆ ਜਿਨ੍ਹਾਂ ਨਾਲੋਂ ਸਾਨੂੰ ਟੁੱਟਣਾ ਨਹੀਂ ਚਾਹੀਦਾ ਸੀ। ਜਿਹੜੇ ਸਾਡੇ ਪੁਰਾਤਨ ਗ੍ਰੰਥ ਨੇ, ਪੁਰਾਤਨ ਇਤਿਹਾਸ ਆ, ਪੁਰਾਤਨ ਕਾਵਿ ਨੇ, ਉਹ ਚੀਜ਼ਾਂ ਦੇ ਨਾਲ ਜੇ ਅਸੀਂ ਜੁੜਾਂਗੇ ਤਾਂ ਸਾਨੂੰ ਦੁਨੀਆ ਹੋਰ ਜ਼ਿਆਦਾ ਬਿਹਤਰ ਸਮਝ ਆਏਗੀ। ਸਾਡਾ ਧਰਮ ਵੀ, ਸਮਾਜ ਵੀ, ਕਿਉਂਕਿ ਉਹ ਵੀ ਪੂਰੀ ਦੁਨੀਆ ਦੇ ਨਾਲ ਜੁੜਿਆ ਹੋਇਆ ਹੈਗਾ। ਸਾਨੂੰ ਚੀਜ਼ਾਂ ਬਿਹਤਰ ਤਰੀਕੇ ਨਾਲ ਸਮਝ ਆਉਣ ਲੱਗਣਗੀਆਂ।